ਵੌਇਸ ਆਫ ਖਾਲਸਾ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਜੀ। ਮੈਂ ਬਲਜੀਤ ਕੌਰ ਫਤਿਹ ਅਰਜ਼ ਕਰਦੀ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦਰਸ਼ਕੋ, ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਹਫਤੇ ਦਾ ਇੱਕ ਪ੍ਰੋਗਰਾਮ ਵਿਚਾਰ ਚਰਚਾ ਲੈ ਕੇ ਤੁਹਾਡੇ ਰੂਬਰੂ ਹੁੰਨੇ ਆ ਜੀ। ਸੋ ਉਸੇ ਹੀ ਤਰ੍ਹਾਂ ਮੈਂ ਆਪਣਾ ਪ੍ਰੋਗਰਾਮ ਲੈ ਕੇ ਆਪ ਜੀ ਦੇ ਰੂਬਰੂ ਹਾਂ ਜੀ। ਅੱਜ ਜਿਹੜਾ ਵਿਸ਼ਾ ਅਸੀਂ ਲੈ ਕੇ ਆਏ ਹਾਂ ਉਹ ਸੰਗਤਾਂ ਦੇ ਲਈ ਕਾਫੀ ਜਿਹੜਾ ਕਹੀਏ ਮਹੱਤਵਪੂਰਨ ਹੈ, ਕਿਉਂਕਿ ਜਿਹੜੇ ਸਾਡੇ ਗੁਰਪੁਰਬ ਮਨਾਏ ਜਾਂਦੇ ਨੇ, ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਮਨਾਏ ਜਾਂਦੇ ਨੇ, ਜਾਂ ਫਿਰ ਉਹਨਾਂ ਦਾ ਜੋਤੀ ਜੋਤ ਦਾ ਦਿਵਸ ਜਿਹੜਾ ਮਨਾਇਆ ਜਾਂਦਾ ਹੈ, ਉਹਨਾਂ ਨੂੰ ਲੈ ਕੇ ਜਿਹੜਾ ਸੰਗਤਾਂ ਦੇ ਵਿੱਚ ਖਾਸ ਤੌਰ ਤੇ ਜਿਹੜੀਆਂ ਤਰੀਕਾਂ ਨੇ ਉਹਨਾਂ ਨੂੰ ਲੈ ਕੇ ਕਾਫੀ ਜਿਹੜਾ ਦੇਖਣ ਨੂੰ ਮਿਲਦਾ ਹੈ ਕਿ ਹਰ ਰੋਜ਼ ਬਦਲੀ ਜਾਂਦੀ ਹੈ ਡੇਟ ਉਹ। ਤੇ ਹਾਲਾਂਕਿ ਹੁਣੇ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਿਹੜਾ ਗੁਰਪੁਰਬ ਆ ਉਹ ਲੰਘ ਕੇ ਗਿਆ ਹੈ। ਲੋਕਾਂ ਦੇ ਵੱਲੋਂ ਵਧਾਈਆਂ ਵੀ ਦਿੱਤੀਆਂ ਗਈਆਂ, ਇੱਕ ਦੂਜੇ ਨੂੰ ਮੈਸੇਜ ਵੀ ਜਿਹੜੇ ਕੀਤੇ ਗਏ, ਪਰ ਕੀ ਉਹ ਸੱਚ ਦੇ ਵਿੱਚ ਉਹੀ ਤਾਰੀਖ ਸੀਗੀ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ? ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਤਾਂ ਦੋ ਹੋਰ ਧਿਰਾਂ ਜਿਹੜੀਆਂ ਸਾਡੇ ਸਾਹਮਣੇ ਆ ਕੇ ਖੜ ਜਾਂਦੀਆਂ ਨੇ, ਜਿਨ੍ਹਾਂ ਦੇ ਮੁਤਾਬਿਕ ਜਿਹੜਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਉਸ ਦਿਨ ਨਹੀਂ ਸੀ। ਤੇ ਉਸੇ ਹੀ ਤਰ੍ਹਾਂ ਅੱਜ ਸਾਡੇ ਨਾਲ ਜੁੜੇ ਨੇ ਸਾਡੇ ਬੜੇ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਹਰੀ ਸਿੰਘ ਜੀ, ਜਿਨ੍ਹਾਂ ਦੇ ਨਾਲ ਅਸੀਂ ਅੱਜ ਗੱਲਬਾਤ ਕਰਾਂਗੇ ਇਸੇ ਹੀ ਵਿਸ਼ੇ ਦੇ ਉੱਤੇ ਕਿ ਅਸਲ ਦੇ ਵਿੱਚ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਜਿਹੜਾ ਗੁਰਪੁਰਬ ਆ ਉਹ ਅਸਲ ਤਰੀਕ ਜਿਹੜੀ ਉਹ ਕੀ ਆ, ਤੇ ਸੰਗਤਾਂ ਨੂੰ ਗੁੰਮਰਾਹ ਜਿਹੜਾ ਇਹ ਕਿਉਂ ਕੀਤਾ ਜਾਂਦਾ, ਹਰ ਵਾਰੀ ਜਿਹੜੀਆਂ ਉਹ ਤਰੀਕਾਂ ਕਿਉਂ ਬਦਲ ਦਿੱਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਹੀ ਸਾਡੇ ਨਾਲ ਜੁੜੇ ਨੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਸਰਦਾਰ ਭੁਪਿੰਦਰ ਸਿੰਘ ਜੀ ਸਾਧੂ। ਅਸੀਂ ਉਹਨਾਂ ਦੇ ਨਾਲ ਵੀ ਇਸ ਵਿਸ਼ੇ ਤੇ ਜਿਹੜੀ ਚਰਚਾ ਕਰਾਂਗੇ ਅੱਜ। ਤੇ ਆਓ ਅਸੀਂ ਪ੍ਰੋਗਰਾਮ ਨੂੰ ਜਿਹੜਾ ਉਹ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਅਸੀਂ ਹਰੀ ਸਿੰਘ ਜੀ ਉਹਨਾਂ ਦੇ ਕੋਲੇ ਹੀ ਚੱਲਦੇ ਹਾਂ, ਕਿਉਂਕਿ ਉਹਨਾਂ ਦੇ ਮੁਤਾਬਿਕ ਜਿਹੜਾ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਜਿਹੜਾ ਹੈ ਉਹ ਜਿਸ ਦਿਨ ਮਨਾਇਆ ਗਿਆ ਸੀ ਉਸ ਦਿਨ ਨਹੀਂ ਹੈ। ਤੇ ਆਓ ਉਹਨਾਂ ਦੇ ਕੋਲੋਂ ਅਸਲੀਅਤ ਜਾਣਦੇ ਹਾਂ ਕਿ ਅਸਲ ਦੇ ਵਿੱਚ ਜਿਹੜਾ ਇਹ ਗੁਰਪੁਰਬ ਹੈ ਤੇ ਇਹਦੀਆਂ ਤਰੀਕਾਂ ਨੇ ਜਿਹੜੀਆਂ ਉਹ ਕਿਉਂ ਬਦਲੀਆਂ ਜਾਂਦੀਆਂ ਨੇ। ਭਾਈ ਸਾਹਿਬ ਜੀ, ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਲ ਹੀ ਦੇ ਵਿੱਚ ਅਸੀਂ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦਾ ਗੁਰਪੁਰਬ ਜਿਹੜਾ ਹੈ ਉਹ ਮਨਾ ਕੇ ਹਟੇ ਆ, ਲੇਕਿਨ ਅਸੀਂ ਦੇਖਿਆ ਕਿ ਸੋਸ਼ਲ ਮੀਡੀਆ ਤੇ ਕਾਫੀ ਮੈਸੇਜ ਇਹ ਵੀ ਵਾਇਰਲ ਹੋ ਰਹੇ ਨੇ ਕਿ ਉਹ ਅਸਲ ਜਿਹੜੀ ਤਾਰੀਖ ਨਹੀਂ ਹੈ ਸ੍ਰੀ ਹਰਿਕ੍ਰਿਸ਼ਨ ਸਾਹਿਬ ਜੀ ਦੇ ਗੁਰਪੁਰਬ ਦੀ। ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ ਕਿ ਸੰਗਤ ਨੂੰ ਕਿਉਂ ਗੁੰਮਰਾਹ ਕੀਤਾ ਜਾਂਦਾ ਹੈ, ਕਿਉਂ ਹਰ ਸਾਲ ਜਿਹੜੀਆਂ ਇਹ ਤਰੀਕਾਂ ਨੇ ਉਹ ਬਦਲ ਦਿੱਤੀਆਂ ਜਾਂਦੀਆਂ ਨੇ? ਦੇਖੋ, ਜਦੋਂ ਅਸੀਂ ਸਟੇਜੀ ਪ੍ਰੋਗਰਾਮ ਤੇ ਹਾਜ਼ਰੀਆਂ ਭਰਦੇ ਹਾਂ ਤੇ ਉੱਥੇ ਸਾਰੇ ਪੰਥਕ ਲੀਡਰ ਇੱਕੋ ਗੱਲ ਕਹਿੰਦੇ ਨੇ ਕਿ ਜਿਹੜੀਆਂ ਕੌਮਾਂ ਆਪਣਾ ਇਤਿਹਾਸ ਨਹੀਂ ਸਾਂਭਦੀਆਂ ਉਹ ਅੱਜ ਨਹੀਂ ਤੇ ਕੱਲ ਮੁੱਕ ਜਾਂਦੀਆਂ ਨੇ। ਪਰ ਹਕੀਕਤ ਵਿੱਚ ਜਦੋਂ ਅਸੀਂ ਇਹਨਾਂ ਵੱਲ ਵੇਖਦੇ ਹਾਂ, ਇਹ ਹਰ ਸਾਲ ਇੱਕ ਨਵਾਂ ਕੈਲੰਡਰ ਲੈ ਕੇ ਆਉਂਦੇ ਨੇ ਤੇ ਕੋਈ ਸੰਗਤ ਨੂੰ ਅਸੀਂ ਕੋਈ ਇਤਿਹਾਸ ਨਾਲ ਨਹੀਂ ਜੋੜ ਪਾ ਰਹੇ। ਇਹਨਾਂ ਦੀ ਵੈਬਸਾਈਟ ਜਿਹੜੀ ਹੈਗੀ ਆ www.dsgmc.in ਤੇ www.sgpc.net, ਇਹਨਾਂ ਉੱਪਰ ਇਹਨਾਂ ਦਾ ਸਿੱਖ ਹਿਸਟਰੀ ਲਿਖੀ ਹੋਈ ਹੈ। ਉਹ ਵੈਬਸਾਈਟਾਂ ਤੁਸੀਂ ਕੱਢ ਲਓ, ਉਹਦੇ ਉੱਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੀ ਤਰੀਕ ਜਿਹੜੀ ਹੈ ਉਹ ਬਿਲਕੁਲ ਸਾਫ਼ ਸ਼ਬਦਾਂ ਵਿੱਚ 7 ਜੁਲਾਈ 1656 ਲਿਖੀ ਹੋਈ ਹੈ ਜੀ। ਤੇ ਹੁਣ ਉਹਨੂੰ ਅਗਰ ਆਂਦੇ ਤੇ ਵੈਬਸਾਈਟ ਤੇ ਇਹਨਾਂ ਦੀ ਹੈ, ਵੈਬਸਾਈਟ ਤੇ ਸਾਡੀ ਨਹੀਂ ਹੈਗੀ। ਇਹਨਾਂ ਨਾਲ ਕਿਸੇ ਸਵਾਲ ਕਰਵਾਇਆ ਕਹਿੰਦੇ ਜੀ ਅਕਾਲ ਤਖਤ ਸਾਹਿਬ ਜਾਓ, ਅਕਾਲ ਤਖਤ ਸਾਹਿਬ ਜਾਓ। ਅਕਾਲ ਤਖਤ ਸਾਹਿਬ ਵੀ ਜਿਹੜਾ ਕੈਲੰਡਰ ਜਿਹੜੇ ਉਹਨਾਂ ਦੇ ਆਦੇਸ਼ ਨਿਕਲਦੇ ਨੇ, ਆਦੇਸ਼ਾਂ ਉੱਤੇ ਕੋਈ ਉਹ ਆਪਣਾ ਖਾਲਸਾ ਜੰਤਰੀ ਜਾਂ ਕੋਈ ਨਾਨਕਸ਼ਾਹੀ ਜੰਤਰੀ ਦਾ ਤਰੀਕਾ ਨਹੀਂ ਵਰਤਦੇ। ਉਹਦੇ ਉੱਤੇ ਵੀ ਜਿਹੜਾ ਵਾ ਉਹ ਈਸਾ ਕੈਲੰਡਰ ਜਿਹੜਾ ਕੰਟੈਂਪਰੇਰੀ ਕੈਲੰਡਰ ਵਰਲਡ ਵਾਈਡ ਹੈਗਾ ਉਹੀ ਡੇਟਾਂ ਲਿਖਦੇ ਨੇ। ਉਹਦੇ ਉੱਤੇ ਜਿਹੜੇ ਉਹਨਾਂ ਦੇ ਆਦੇਸ਼ ਨਿਕਲਦੇ ਨੇ ਉਹਦੇ ਉੱਤੇ ਕੋਈ ਨਾਨਕਸ਼ਾਹੀ ਤਰੀਕਾ ਨਹੀਂ ਲਿਖਿਆ ਕਿ ਉਹਦੇ ਉੱਤੇ ਇਹਨਾਂ ਨੇ ਚੇਤ, ਵਿਸਾਖ, ਜੇਠ, ਅਸ਼ਾੜ ਮਹੀਨਾ ਲਿਖਿਆ ਹੋਏ। ਉਹਦੇ ਉੱਤੇ ਵੀ ਇਹਨਾਂ ਨੇ ਤਰੀਕਾਂ ਜਿਹੜੀਆਂ ਪਾਉਂਦੇ ਨੇ ਉਹ ਜਨਵਰੀ, ਫਰਵਰੀ ਨੇ। ਤੇ ਜਿਹੜਾ ਕੈਲੰਡਰ ਅਸੀਂ ਵਰਤੋਂ ਆਪਣੇ ਵਾਸਤੇ ਕਰਦੇ ਹਾਂ ਤੇ ਉਹ ਕੈਲੰਡਰ ਸਾਨੂੰ ਆਪਣੇ ਗੁਰੂ ਸਾਹਿਬਾਂ ਵਾਸਤੇ ਕਿਉਂ ਨਹੀਂ ਵਰਤਣਾ ਚਾਹੀਦਾ? ਇਹ ਸੰਗਤ ਨੂੰ ਇਹਨਾਂ ਕੋਲੋਂ ਜਵਾਬ ਪੁੱਛਣਾ ਚਾਹੀਦਾ ਹੈ ਕਿ ਜੇ ਤੁਸੀਂ ਆਪਣੇ ਇਸ਼ਤਿਹਾਰ ਹਰ ਸ਼ਹਿਰ ਵਿੱਚ, ਦਿੱਲੀ ਹੋਏ, ਅੰਮ੍ਰਿਤਸਰ ਹੋਏ, ਵੱਡੇ ਸ਼ਹਿਰ ਕਿਤੇ ਜਾਓ, ਉੱਥੇ ਹਰ ਤਰ੍ਹਾਂ ਪੋਸਟਾਂ ਦਾ ਜਨਮ ਦਿਨ ਦੀ, ਇਹਨਾਂ ਦੇ ਆਪਣੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ। ਜੇ ਤੁਹਾਡੀ ਲੱਖ ਲੱਖ ਵਧਾਈਆਂ ਦੀਆਂ ਤਰੀਕਾਂ ਬਦਲੀ ਨਹੀਂ ਹੁੰਦੀਆਂ ਤੇ ਅਸੀਂ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਜਾਂ ਉਹਨਾਂ ਦੇ ਸ਼ਹੀਦੀ ਦਿਨ
ਦੀ ਤਰੀਕਾਂ ਕਿਉਂ ਅਸੀਂ ਬਦਲੀ ਕਰਦੇ ਹਾਂ ਜੀ। ਤੇ ਅਸੀਂ ਜੇ ਜੀ ਪੰਥ ਨੂੰ ਜਿਹੜੀ ਸਾਡੀ ਨਵੀਂ ਪਨੀਰੀ ਆ, ਸਾਡੀ ਨਵੀਂ ਪਨੀਰੀ ਸਾਨੂੰ ਸਵਾਲ ਕਰਦੀ ਆ। ਪਿਛਲੇ ਸਾਲ 15 ਅਗਸਤ ਨੂੰ ਇਹਨਾਂ ਨੇ ਮਨਾਇਆ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਤੇ ਐਰਕੀ ਇਹਨਾਂ ਨੇ 2 ਅਗਸਤ ਮਨਾਇਆ। ਤੇ ਇਹਨਾਂ ਦੀ ਵੈਬਸਾਈਟਾਂ ਦਿੱਲੀ ਕਮੇਟੀ ਤੇ SGPC ਕਮੇਟੀ ਦੋਵਾਂ ਦੀ ਜਿਹੜੀ ਤਰੀਕ ਲਿਖੀ ਹੈ ਉਹ ਤਰੀਕ 7 ਜੁਲਾਈ 1656 ਲਿਖੀ ਹੋਈ ਹੈ। ਤੇ ਸਾਡਾ ਸਿੰਪਲ ਜਵਾਬ ਹੈਗਾ, ਇਹਨਾਂ ਕੋਲ ਸਵਾਲ ਹੈਗਾ ਵਾ ਕਿ ਜਿਹੜੀ ਵੈਬਸਾਈਟਾਂ ਤੇ ਤੁਸੀਂ ਕਰੋੜਾਂ ਦੀ ਜਿਹੜੀ ਦੁਨੀਆ ਚੱਲ ਰਹੀ ਹੈ ਉਹ ਨੈਟ ਤੇ ਚੱਲ ਰਹੀ ਹੈ, ਉਹ ਗੂਗਲ ਤੇ ਚੱਲ ਰਹੀ ਹੈ। ਮੈਂ ਹੁਣੇ ਕੱਲ ਪਰਸੋਂ ਹੀ ਜਦੋਂ ਭਾਈ ਸਾਹਿਬ ਦਾ ਮੇਰੇ ਨਾਲ ਗੱਲ ਹੋਈ ਸੀ, ਮੈਂ ਉਦੋਂ ਹੀ ਇਹਨਾਂ ਨੂੰ ਸਰਚ ਮਾਰੀ ਗੂਗਲ ਦੇ ਉੱਤੇ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ, ਉੱਥੇ ਇਹਨਾਂ ਦੇ SGPC amritsar.org ਦੀ ਵੈਬਸਾਈਟ ਖੁੱਲ ਗਈ। ਉਹਦੇ ਉੱਤੇ ਵੀ ਡੇਟ 7 ਜੁਲਾਈ ਲਿਖੀ ਹੋਈ ਹੈ ਜੀ। ਤੇ ਜਿਹੜੀ ਤਰੀਕ ਲਿਖੀ ਹੈ ਇਹਨਾਂ ਨੂੰ ਕੋਈ ਮੰਨਣੀ ਚਾਹੀਦੀ ਹੈ। ਜਿਹੜੀ ਅਸੀਂ ਨਵੀਂ ਪਨੀਰੀ ਵਿੱਚ ਜਿਹੜੀ ਅਸੀਂ ਵਿਰਾਸਤ ਛੱਡ ਕੇ ਜਾ ਰਹੇ ਹਾਂ, ਵਿਰਾਸਤ ਪਿੱਛੇ ਅਸੀਂ ਉਹ ਇਤਿਹਾਸ ਛੱਡ ਕੇ ਜਾਈਏ ਜਿਹਦੇ ਉੱਤੇ ਇਤਿਹਾਸਾਂ ਲਿਖੀਆਂ ਹੋਈਆਂ ਨੇ। ਮੇਰੇ ਕੋਲ ਕਿਤਾਬ ਹੈ 10 ਪਾਤਸ਼ਾਹੀਆਂ ਸੂਰਜ ਪ੍ਰਕਾਸ਼, ਅਗਰ ਤੁਹਾਨੂੰ ਇਹ ਸੀ ਤੁਸੀਂ ਦੇਖ ਸਕਦੇ ਹੋ ਕਿਤਾਬ ਆਪਣਾ ਸੋਢੀ ਤੇਜਾ ਸਿੰਘ ਜੀ ਦੀ ਬੁੱਕ ਲਿਖੀ ਹੋਈ ਆ। ਇਹਦੇ ਅੰਦਰ ਵੀ ਜਿਹੜਾ ਇਤਿਹਾਸ ਹੈ ਪੰਥ ਪ੍ਰਮਾਣਿਤ ਕਿਤਾਬ ਹੈਗੀ ਆ। ਇਹਨਾਂ ਦੀ ਕਮੇਟੀਆਂ SGPC ਦੇ ਜਿਹੜੇ ਬੁੱਕ ਸਟਾਲ ਨੇ ਉੱਥੇ ਕਿਤਾਬਾਂ ਮਿਲਦੀਆਂ ਹੈ ਵਾਲੀ। ਅਗਰ ਤੁਸੀਂ ਇਹਦੇ ਇਤਿਹਾਸ ਪੜ੍ਹੋਗੇ ਇਹਨਾਂ ਦਾ, ਤੇ ਇਹਦੇ ਅੰਦਰ ਵੀ ਜਿਹੜੀ ਤਰੀਕ ਹੈਗੀ ਆ, ਤਰੀਕ ਜਿਹੜੀ ਹੈ ਇਹਨਾਂ ਦੀ 7 ਜੁਲਾਈ ਲਿਖੀ ਹੋਈ ਹੈ ਇਹਨਾਂ ਨੇ ਵੀ। ਤੇ ਤੁਸੀਂ ਕਿਸੇ ਵੀ ਇਤਿਹਾਸਕਾਰ ਦੀ ਕਿਤਾਬ ਪੜ੍ਹੋਗੇ, ਕਿਸੇ ਦੀ ਵੀ, ਇੱਕ ਦਿਨ ਨਹੀਂ ਕਹਿ ਰਿਹਾ ਮੈਂ, ਕਿਸੇ ਦੀ ਵੀ ਕਹਿ ਰਿਹਾ, ਕਿਸੇ ਦੀ ਤੁਸੀਂ ਪੜ੍ਹੋਗੇ, ਇਹ ਅਗਰ ਤੁਸੀਂ ਆਪਣਾ ਤੁਹਾਡੇ ਕੈਮਰੇ 'ਚ ਫੋਕਸ ਕਰਕੇ ਆਂਦਾ ਹੈ ਤਰੀਕ, ਜਾਂ ਤੁਸੀਂ ਪੜ੍ਹ ਜੀ ਆ ਰਹੀ, ਤੁਸੀਂ ਦੇਖ ਸਕਦੇ ਹੋ ਉੱਥੇ। ਥੋੜਾ ਸਿੱਧੇ ਬੁੱਕ ਨੂੰ ਸਿੱਧਾ ਕਰ ਦਿਓ ਤਾਂ ਕਿ ਜਿਹੜਾ ਉਹਨੂੰ ਚੰਗੀ ਤਰ੍ਹਾਂ ਕਰੀਏ। ਹਾਂਜੀ, ਨਹੀਂ ਥੋੜਾ ਇੱਧਰ ਰਾਈਟ ਸਾਈਡ। ਆ ਦੇਖੋ ਜੀ। 10 ਪਾਤਸ਼ਾਹੀਆਂ ਸੂਰਜ ਪ੍ਰਕਾਸ਼ ਜੀ। ਤੇ ਸੋਢੀ ਤੇਜਾ ਸਿੰਘ ਜੀ ਕਿਤਾਬ ਲਿਖੀ ਹੋਈ ਹੈ। ਇੱਥੇ ਤਰੀਕ ਲਿਖੀ ਹੋਈ ਹੈ 7 ਜੁਲਾਈ 1656 ਜੀ। SGPC ਸਾਈਟ ਤੇ ਲਿਖੀ ਇਹਨਾਂ ਦੀ ਡੇਟ, ਇਹਨਾਂ ਦੀ ਨਹੀਂ ਹੈਗੀ। ਮੇਰੇ ਅਸੀਂ ਇਸੇ ਚੀਜ਼ ਨੂੰ ਲੈ ਕੇ ਅਸੀਂ ਸਾਧੂ ਭੁਪਿੰਦਰ ਹੁਣਾ ਜੀ ਦੇ ਕੋਲ ਚੱਲਦੇ ਹਾਂ, ਜਿਹੜੇ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਮੈਂਬਰ ਨੇ। ਉਹਨਾਂ ਦੇ ਕੋਲੋਂ ਜਾਣਦੇ ਹਾਂ ਕਿ ਸਾਡੇ ਜੋ ਵਿਸ਼ਾ ਅਸੀਂ ਅੱਜ ਲੈ ਕੇ ਆਏ ਹਾਂ। ਸੋ ਭਾਈ ਸਾਹਿਬ ਜੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ ਤੁਸੀਂ ਕੀ ਕਹਿਣਾ ਚਾਹੋਗੇ, ਕਿਉਂਕਿ ਇਸ ਤਰ੍ਹਾਂ ਤਾਂ ਫਿਰ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਜਿਹੜੇ ਆ ਜਾਣੂ ਹੀ ਨਹੀਂ ਕਰਾ ਸਕਾਂਗੇ ਕਿ ਸਾਡੇ ਅਸਲ ਦੇ ਗੁਰਪੁਰਬ ਜਿਹੜੇ ਨੇ ਉਹ ਕਦੋਂ ਤੇ ਕਿਵੇਂ ਮਨਾਏ ਜਾਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੀਬਾ ਜੀ, ਇਹ ਗੱਲ ਤਾਂ ਬਿਲਕੁਲ ਤੁਹਾਡੀ ਦੁਰਸਤ ਹੈਗੀ ਹੈ ਕਿ ਵੀ ਇਹ ਜਿਹੜਾ ਮੁੱਦਾ ਹੈ ਇਹ ਬਹੁਤ ਗੰਭੀਰ ਹੈ। ਇਹਨੂੰ ਅਸੀਂ ਪਤਾ ਨਹੀਂ ਕਿਉਂ ਨਹੀਂ ਸੋਚ ਰਹੇ, ਕਿਉਂਕਿ ਬੜੀ ਅਜੀਬ ਜੀ ਗੱਲ ਹੈ ਕਿ ਜਦੋਂ ਤੁਸੀਂ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਟਾਈਮ ਹੈ, ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਵਧਾਈਆਂ ਦਿੰਦੇ ਹੋ, ਕਿਸੇ ਨੇ ਵਧਾਈਆਂ ਦਿੱਤੀਆਂ 7 ਜੁਲਾਈ ਦੀਆਂ, ਜਿਵੇਂ ਕਿ ਭਾਈ ਸਾਹਿਬ ਨੇ ਕਿਹਾ ਕਿ ਵੀ ਇਹ ਮੇਰੇ ਕੋਲ ਪ੍ਰਮਾਣ ਹੈਗਾ ਵੀ SGPC ਦਿੱਲੀ ਕਮੇਟੀ ਔਰ ਜਿਹੜੀ ਇਹਨਾਂ ਨੇ ਪੰਥ ਪ੍ਰਮਾਣਿਤ ਕਿਤਾਬ ਦਾ ਹਵਾਲਾ ਵੀ ਦਿੱਤਾ, ਉਹਦੇ ਵਿੱਚ 7 ਜੁਲਾਈ ਲਿਖਿਆ ਹੋਇਆ ਹੈ। ਹੁਣ ਦੂਸਰੀ ਗੱਲ ਆਉਂਦੀ ਹੈ ਕਿ ਜਿਹੜੇ ਪਾਲ ਸਿੰਘ ਪੁਰੇਵਾਲ ਹੋਰਾਂ ਨੇ ਕੈਲੰਡਰ ਬਣਾਇਆ, ਜਿਹਨੂੰ ਕਿ ਅਕਾਲ ਤਖਤ ਸਾਹਿਬ ਵੱਲੋਂ ਜਾਰੀ 2003 ਵਿੱਚ ਕੀਤਾ ਗਿਆ, ਬਾਅਦ ਹੀ ਸੋਧਿਆ ਗਿਆ, ਉਹਦੇ ਅਕੋਰਡਿੰਗਲੀ 23 ਜੁਲਾਈ ਨੂੰ ਲੋਕਾਂ ਨੇ ਵਧਾਈਆਂ ਦਿੱਤੀਆਂ। ਉਹਨਾਂ ਨਾਲ ਵੀ ਮੇਰੀ ਵਿਚਾਰ ਚਰਚਾ ਹੋਈ, ਕਹਿੰਦੇ ਜੀ 23 ਜੁਲਾਈ ਨੂੰ ਦਿੰਦੇ ਤੇ ਜ਼ਿਆਦਾ ਵਧੀਆ ਸੀਗਾ। ਅੱਛਾ, ਮੈਂ ਆਪਣੇ ਵੱਲੋਂ ਜਿਹੜੀ ਵਧਾਈ ਹੈ, ਜਿਹੜੀ ਕਿ ਪੁਰਾਤਨ ਬਿਕਰਮੀ ਦੇ ਅਨੁਸਾਰ ਜਿਹੜੀ ਚੱਲੀ ਆ ਰਹੀ ਹੈ, ਕਿਉਂਕਿ ਤਖਤ ਪਟਨਾ ਸਾਹਿਬ ਔਰ ਹਜੂਰ ਸਾਹਿਬ ਜਿਹੜਾ ਅਸੀਂ ਵੀ ਬਿਕਰਮੀ ਦੀ ਜੰਤਰੀ ਨੂੰ ਮੰਨਿਆ, ਕਦੀ ਵੀ ਨਾ ਅਸੀਂ ਪਾਲ ਸਿੰਘ ਪੁਰੇਵਾਲ ਵੱਲੋਂ ਬਣਾਇਆ ਗਿਆ ਜਿਹੜਾ ਕੈਲੰਡਰ ਹੈ, ਉਹ ਜਦੋਂ ਬਣਾਇਆ ਗਿਆ ਹੈ ਉਹਦੀ ਕਈਆਂ ਕਮੇਟੀਆਂ ਸੁਣੀਆਂ ਨੇ ਬਣੀਆਂ ਪਈ, ਉਹਦੇ ਵਿੱਚ ਕਈ ਲੋਕਾਂ ਨੇ, ਬੁੱਧੀਜੀਵੀਆਂ ਨੇ ਆਪਣਾ ਸਹਿਯੋਗ ਦਿੱਤਾ। ਬਟ ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਤਖਤ ਪਟਨਾ ਸਾਹਿਬ ਦੇ ਤਖਤ ਹਜੂਰ ਸਾਹਿਬ ਵੱਲੋਂ ਕਿਸੇ ਨੂੰ ਵੀ ਨਹੀਂ ਸੱਦਾ ਦਿੱਤਾ ਗਿਆ, ਨਾ ਹੀ ਉੱਥੋਂ ਦੇ ਕਿਸੇ ਵੀ ਸਿੱਖ ਨੂੰ, ਨਾ ਹੀ ਕਿਸੇ ਉੱਥੋਂ ਦੇ ਜਿਹੜੇ ਗ੍ਰੰਥੀ ਸਾਹਿਬ ਨੇ, ਉੱਥੋਂ ਦੇ ਸਿੰਘ ਸਾਹਿਬ ਨੇ, ਕਿਸੇ ਨੂੰ, ਨਾ ਕਮੇਟੀ ਨੂੰ ਕੋਈ ਸੱਦਾ ਦਿੱਤਾ ਗਿਆ, ਨਾ ਹੀ ਕਿਧਰੇ ਮੈਨੂੰ ਕੋਈ ਰਿਕਾਰਡ ਮਿਲਿਆ। ਇਸ ਕਰਕੇ ਅੱਜ ਤੱਕ ਜਿਹੜਾ ਤਖਤ ਹਜੂਰ ਸਾਹਿਬ ਔਰ ਪਟਨਾ ਸਾਹਿਬ ਜਿਹੜੀ ਉਹ ਬਿਕਰਮੀ ਦੇ ਅਨੁਸਾਰ ਬਣਾਉਂਦੀ, ਔਰ ਬਿਕਰਮੀ 18 ਸਾਵਨ ਦੇ ਹਿਸਾਬ ਨਾਲ ਜਿਹੜੀ ਹੈ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦਾ ਪੁਰਬ ਜਿਹੜਾ ਐਤਕੀ ਆਇਆ, ਜੋ ਕਿ ਇੰਗਲਿਸ਼ ਕੈਲੰਡਰ ਦੇ ਅਨੁਸਾਰ ਜਿਹੜਾ 2 ਅਗਸਤ ਮੰਨਿਆ ਜਾਂਦਾ ਸੀਗਾ। ਇਹ ਡੇਟਾਂ ਅੱਗੇ ਪਿੱਛੇ ਹੁੰਦੀਆਂ ਨੇ। ਈਵਨ ਮੈਂ ਤੁਹਾਨੂੰ ਇਹ ਵੀ ਦੱਸ ਦਿੰਦਾ, ਇਹ ਡੇਟਾਂ ਜਿਹੜੀਆਂ ਨੇ ਸ਼ਾਇਦ ਭਾਈ ਸਾਹਿਬ ਜਿਹੜੀ 7 ਜੁਲਾਈ ਦੀ ਗੱਲ ਕਰਦੇ ਨੇ, ਹੋ ਸਕਦਾ ਹੈ ਜੂਲੀਅਨ ਕੈਲੰਡਰ ਦੀ ਹੈ ਜਾਂ ਗਰਗੋਰੀਅਨ ਕੈਲੰਡਰ ਦੀ ਹੈ, ਕਿਉਂਕਿ ਉਹਦੇ ਵਿੱਚ ਵੀ 13 ਦਿਨਾਂ ਦਾ ਵਕਫਾ ਜਿਹੜਾ ਬਾਅਦ ਵਿੱਚ ਪਾਇਆ ਗਿਆ ਗੋਰਿਆਂ ਵੱਲੋਂ, ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਤਿਆਰੀ ਹੈ, ਜੋ ਮੈਨੂੰ ਪਤਾ ਲੱਗਾ ਹੈ ਕਿ ਵੀ ਫਿਰ ਡੇਟਾ ਦੇ ਵਿੱਚ ਥੋੜਾ ਜਿਹਾ ਡੇਟਾ ਨੂੰ ਫਰਕ ਪਾਇਆ ਜਾਏਗਾ।
ਲੇਕਿਨ ਇਹ ਜੀ ਵਿਸ਼ਾ ਜਿਹੜਾ ਹੈ ਇਹ ਬਹੁਤ ਹੀ ਗੰਭੀਰ ਹੈ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਜਿਵੇਂ ਭਾਈ ਸਾਹਿਬ ਨੇ ਕਿਹਾ ਗੂਗਲ ਦੇ ਵਿੱਚ ਪਾਓ ਤੇ 7 ਜੁਲਾਈ ਨਿਕਲਦੀ ਹੈ, ਪੂਰਾ ਪਾਲ ਸਿੰਘ ਪੂਰੇ ਇੱਕ ਧਿਰ ਜਿਹੜੀ ਉਹ ਪਾਲ ਸਿੰਘ ਪੂਰੇ ਵਾਲਿਆਂ ਦੀ ਕੈਲੰਡਰ ਨੂੰ ਮੰਨਦੀ ਹੈ, ਜਿਹਨੂੰ ਨਾਨਕਸ਼ਾਹੀ ਕੈਲੰਡਰ ਕਹਿ ਦਿੰਦੇ ਨੇ, ਉਹਦੇ ਅਨੁਸਾਰ ਉਹ 23 ਜੁਲਾਈ ਮੰਨਦੇ ਨੇ। ਮੈਂ ਸਮਝਦਾ ਵੀ ਹਲੇ ਇੱਕਦਮ ਜਦੋਂ ਅਗਰ ਕੋਈ ਕੈਲੰਡਰ ਕਿਸੇ ਵਿਵਾਦਾਂ ਵਿੱਚ ਹੈ, ਇੱਕ ਅਸੀਂ ਉਹਨੂੰ ਗੁਰੂ ਨਾਨਕ ਸਾਹਿਬ ਦੇ ਨਾਲ ਜੋੜ ਕੇ ਸੰਪੂਰਨ ਸੰਗਤ ਨੂੰ ਜਿਹੜੀ ਹੈ ਸਾਰਿਆਂ ਨੂੰ ਜਿਹੜਾ ਸੀ ਇਹ ਬਾਰ-ਬਾਰ ਇੱਕ ਗੁਰੂ ਨਾਨਕ ਸਾਹਿਬ ਵਾਲੇ ਪਾਸੇ ਗੱਲ ਲਿਜਾਣ ਦੀ ਗੱਲ ਕਰਦੇ ਆ, ਇਹ ਹਲੇ ਠੀਕ ਨਹੀਂ। ਜਾਂ ਤਾਂ ਇਹ ਸਾਰੇ ਪੰਜੋ ਤਖਤਾਂ ਦੇ ਸਿੰਘ ਸਾਹਿਬ ਉੱਥੋਂ ਦੀਆਂ ਕਮੇਟੀਆਂ ਬੈਠਣ, ਉਹਨਾਂ ਦਾ ਵਿਚਾਰ ਚਰਚਾ ਕੀਤੀ ਜਾਵੇ ਵੀ ਡੇਟਾ ਕਿਹੜੀਆਂ ਨੇ। ਔਰ ਮੇਰੀ ਤਾਂ ਇੱਕੋ ਹੀ ਬੇਨਤੀ ਹੈ ਵੀ ਜਦ ਤੱਕ ਕੋਈ ਨਿਰਣੇ ਨਹੀਂ ਨਿਕਲਦਾ ਤੇ ਤਦ ਤੱਕ ਤੁਸੀਂ ਇਸ ਨੂੰ ਜਿਹੜਾ ਹੈ ਕਿ ਪੁਰਾਣੀਆਂ ਬਿਕਰਮੀ ਦੇ ਅਨੁਸਾਰ ਜਿਹੜੀਆਂ ਡੇਟਾ ਚੱਲ ਰਹੀਆਂ ਸਨ ਉਹਨੂੰ ਚਲਾਈਆ ਜਾ, ਤੇ ਜਿਹੜੀਆਂ ਤੱਕ ਹਜ਼ੂਰ ਸਾਹਿਬ ਪਟਨਾ ਸਾਹਿਬ ਤੱਕ ਦੀਆਂ ਜਿਹੜੀਆਂ ਮਾਨਤਾ ਦੇ ਅਨੁਸਾਰ ਚੱਲਦੀਆਂ ਆ ਰਹੀਆਂ ਨੇ। ਜੇ ਭਾਈ ਸਾਹਿਬ ਨੇ ਕਿਹਾ ਵੀ ਜਿਵੇਂ ਵੀ ਮੈਂ ਈਵਨ ਇਹਨਾਂ ਨੇ ਮੈਨੂੰ ਜ਼ਿਕਰ ਕੀਤਾ ਵੀ ਸੀਸਗੰਜ ਗੁਰਦੁਆਰਾ ਸਾਹਿਬ, ਇਹਨਾਂ ਨੇ ਇਸ ਦੇ ਵਿੱਚ ਕਹਿਣਾ ਰਹਿ ਗਿਆ ਵੀ ਸੀਸਗੰਜ ਗੁਰਦੁਆਰਾ ਸਾਹਿਬ ਇੱਕ ਜਿਹੜਾ ਪੱਥਰ ਲੱਗਾ ਹੈ ਸੀਲ ਪੱਥਰ, ਉਹਦੇ ਤੇ ਜਿਹੜੀ ਡੇਟ ਹੈ ਉਹਦੀ ਔਰ ਜਿਹੜੀ ਸ਼ਹੀਦੀ ਪੁਰਬ ਦੀ ਡੇਟ ਜਿਹੜੀ 80 ਬਿਕਰਮੀ ਅਨੁਸਾਰ ਜਾਂ ਇਹ ਪਾਲ ਸਿੰਘ ਪੁਰੇਵਾਲ ਅਨੁਸਾਰ ਬਣਾਉਂਦੇ ਆ, ਉਹ ਡੇਟ ਬਿਲਕੁਲ ਹੀ ਟੋਟਲੀ ਡਿਫਰੈਂਟ ਹੈਗੀ ਹੈ। ਮਤਲਬ ਇਹ ਬੜੀਆਂ ਅਜੀਬ ਜਿਹੀਆਂ ਗੱਲਾਂ ਨੇ। ਅੱਜ ਇੱਕ ਕੌਮ ਜਿਹੜੀ ਹੈ ਕਿੱਥੇ ਸੰਪਰਦਾਵਾਂ ਦੇ ਨਾਮ ਤੇ ਵੰਡੀ ਹੋਈ ਸੀ, ਕੋਈ ਨਾਮਧਾਰੀ, ਕੋਈ ਨਿਰੰਕਾਰੀ, ਕੋਈ ਨਾਮਧਾਰੀ ਸਵਾਮੀ, ਹਨਾ, ਹੁਣ ਡੇਰਿਆਂ ਦੇ ਨਾਂ ਤੇ ਵੰਡੀ ਗਈ। ਅੱਜ ਜਿਹੜੀ ਹੈ ਅਸੀਂ ਤਰੀਕਾਂ ਦੇ ਨਾਂ ਤੇ ਵੰਡੀ ਜਾ ਰਹੇ ਹਾਂ, ਆਪਸ ਵਿੱਚ ਬਾਣੀਆਂ ਦੇ ਨਾਂ ਤੇ ਵੰਡੀ ਜਾ ਰਹੇ। ਕੌਮ ਤੇ ਕਿਹੜੀ ਸ਼ੁਰੂ ਹੋ ਗਈ? ਕੌਮ ਦਾ ਇਤਿਹਾਸ ਤੇ ਸਾਰਾ ਹੁਣ ਜਾਂਦਾ ਵੀ ਗੁਰੂ ਨਾਨਕ ਪਾਤਸ਼ਾਹ ਦਾ 550 ਸਾਲ ਤੁਸੀਂ ਹੁਣ ਮਨਾ ਹਟੇ ਹੋ। ਬਈ ਆਪਾਂ ਕਿੱਥੇ ਜਾ ਰਹੇ ਹਾਂ? ਇਹ ਤਾਂ ਬੜੀ ਵੱਡੀ ਜ਼ਿੰਮੇਵਾਰੀ ਔਰ ਬੜੀ ਸੋਚਣ ਦੀ ਗੰਭੀਰ ਵਿਸ਼ਾ ਹੈਗੀ ਹੈ। ਇਹਦੇ ਵਿੱਚ SGPC ਨੂੰ ਜਿਹੜਾ ਹੈ ਕਿ ਅਗਰ ਉਹ ਆਪਣੇ ਆਪ ਨੂੰ ਵੱਡੀ ਕਮੇਟੀ ਗਿਣਦੇ ਨੇ ਔਰ ਅਕਾਲ ਤਖਤ ਸਾਹਿਬ ਜਿਹੜਾ ਸਾਡਾ ਸਰਮੌਰ ਤਖਤ ਹੈਗਾ, ਉਹਨਾਂ ਨੂੰ ਚਾਹੀਦਾ ਹੈ ਕਿ ਪੰਜਾਂ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਵਿਚਾਰ ਕੀਤੀ ਜਾਵੇ, ਉੱਥੋਂ ਦੇ ਜਿਹੜੇ ਕਮੇਟੀ ਮੈਂਬਰਸ ਨੇ ਉਹਨਾਂ ਦੇ ਵਿਚਾਰ ਲਿੱਤੇ ਜਾਣ, ਤਾਂ ਜੋ ਇਹ ਲੋਕਾਂ ਦੇ ਵਿਚਾਰਾਂ ਦੇ ਬਾਅਦ ਇਹ ਨਹੀਂ ਕਿ ਵੀ ਸਿਰਫ ਤੁਸੀਂ SGPC ਜਿਹੜਾ ਇੱਕ ਆਪਣੇ ਉਹਨਾਂ ਨੇ ਇਕੱਠੀ ਕੀਤੀ ਔਰ ਇੱਕ ਕੈਲੰਡਰ ਨੂੰ ਜਿਹੜਾ ਲਾਗੂ ਕਰਤਾ, ਬਾਅਦ ਜਦੋਂ ਸੋਚ ਆਪਾਂ ਹੀ ਕਰ ਲਈ ਤੇ ਬਾਕੀ ਕੌਮਾਂ ਕੀ ਕਰ ਰਹੀਆਂ ਨੇ? ਕੀ ਉਹ ਤਖਤ ਦੀ ਕੋਈ ਅਹਿਮੀਅਤ ਨਹੀਂ ਹੈ, ਕੋਈ ਉਹਨਾਂ ਦਾ ਕੋਈ ਵਜੂਦ ਨਹੀਂ ਹੈ? ਮੇਰੀ ਤਾਂ ਇੱਕੋ ਹੀ ਬੇਨਤੀ ਹੈ ਕਿ ਤਖਤ ਹਜ਼ੂਰ ਸਾਹਿਬ ਦੇ ਵਿੱਚ ਵੀ ਵਿਚਾਰ ਚਰਚਾ ਕਰਨ ਦੇ ਬਾਅਦ ਜਿਹੜਾ ਫੈਸਲਾ ਨਿਰਣਾ ਇੱਕ ਨਿਕਲੇ, ਇੱਕ ਮਤ ਹੋ ਕੇ ਫੈਸਲਾ ਕੌਮ ਦੇ ਲਈ ਕੀਤਾ ਜਾਵੇ, ਤਾਂ ਜੋ ਇੱਕ ਪੰਥ, ਇੱਕ ਗ੍ਰੰਥ ਤੇ ਇੱਕ ਮਰਿਆਦਾ ਦੀ ਜਿਹੜੀ ਹੈ ਗੱਲ ਕੀਤੀ ਜਾ ਸਕੇ। ਬਾਕੀ ਜੋ ਹਰੀ ਸਿੰਘ ਹੋਰਾਂ ਦੇ ਵਿਚਾਰ ਨੇ, ਮੈਂ ਕੁਝ ਹਰੀ ਸਿੰਘ ਜੀ ਉਹਨਾਂ ਦੇ ਕੋਲ ਚੱਲਦੇ ਆ ਤੇ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਕਿਉਂਕਿ ਦੇਖੋ ਇਹ ਬੜੀ ਵੱਡੀ ਗੱਲ, ਜਿਵੇਂ ਭਾਈ ਸਾਹਿਬ ਨੇ ਕਿਹਾ, ਬਹੁਤ ਗੰਭੀਰ ਵਿਸ਼ਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਪਨੀਰੀ ਦੇ ਲਈ। ਜੇ ਅਸੀਂ ਇਸੇ ਤਰ੍ਹਾਂ ਵੰਡੇ ਜਾਂਦੇ ਰਵਾਂਗੇ ਤਾਂ ਸਾਡੀ ਕੌਮ ਕਿੱਥੇ ਖੜੀ ਹੈ, ਇਹ ਸਾਨੂੰ ਖੁਦ ਜਿਹੜਾ ਸੋਚਣਾ ਪਵੇਗਾ। ਸੋ ਹਰੀ ਸਿੰਘ ਜੀ ਕੁਝ ਕਹਿ ਰਹੇ ਸੀਗੇ, ਅਸੀਂ ਉਹਨਾਂ ਦੇ ਕੋਲੋਂ ਜਾਣਦੇ ਆ ਕਿ ਉਹ ਕੀ ਕਹਿਣਾ ਚਾਹੁੰਦੇ ਨੇ। ਭੈਣ ਜੀ ਏਦਾਂ ਵਾ, ਜੋ ਵੀਰ ਜੀ ਨੇ ਗੱਲ ਕਹੀ ਹੈ ਉਹਦੇ ਅੰਦਰ ਇਹ ਵਾ ਕਿ ਕੀ ਅੱਜ ਵੀ ਪ੍ਰੈਕਟੀਕਲ ਹੈ ਕਿ ਅਸੀਂ ਅੱਜ ਦੀ ਆਪਣੀ ਆਮ ਜ਼ਿੰਦਗੀ ਅੰਦਰ ਕਿ ਅੱਜ ਸਾਡੇ ਨੇਤਾ, ਕੋਈ ਵੀ ਨੇਤਾ ABC, ਮੈਂ ਕਿਸੇ ਦਾ ਨਾਂ ਨਹੀਂ ਲਾਂਗਾ, ਕਿ ਉਹ ਆਪਣੇ ਜਨਮ ਦਿਨ ਹਰ ਸਾਲ ਤਰੀਕ ਬਦਲ ਕੇ ਮਨਾਉਂਦਾ ਵਾ, ਕਿ ਉਹ ਦੇਸੀ ਮਹੀਨਿਆਂ ਦੇ ਅਨੁਸਾਰ ਆਪਣੇ ਜਨਮ ਦਿਨ ਆਪਣੇ ਮਾਂ ਪਿਓ ਦੇ ਜਿਹੜੇ ਬਰਸੀਆਂ ਆਉਂਦੀਆਂ ਨੇ ਉਹਦੇ ਨਾਲ ਮਨਾਉਂਦਾ ਵਾ। ਅਸੀਂ ਜਿਹੜੇ ਇਤਿਹਾਸ ਨਾਲ ਅਸੀਂ ਆਪਣੀ ਪਨੀਰੀ ਨੂੰ ਜੋੜ, ਅਸੀਂ ਉਹ ਕੰਟੈਂਪਰੇਰੀ ਕੈਲੰਡਰ ਨਾਲ ਜੋੜੀ। ਅਸੀਂ ਗੱਲ ਤੇ ਕਰਦੇ ਸਰਬਤ ਦੇ ਭਲੇ ਦੀ, ਤੇ ਸਰਬਤ ਜਿਹੜਾ ਕੈਲੰਡਰ ਮੰਨਦਾ ਸੀ ਉਹ ਵੀ ਤਾਂ ਮੰਨੀਏ। ਜਿਹੜਾ ਭਾਈ ਸਾਹਿਬ ਨੇ ਕਿਹਾ ਕਿ ਜੂਲੀਅਨ ਕੈਲੰਡਰ ਤੋਂ ਜਾਰਜੀਅਨ ਕੀਤਾ ਹੈਗਾ ਵਾ, ਉਹਦੇ ਅੰਦਰ ਉਹਨਾਂ ਨੇ ਆਪਣਾ ਇਤਿਹਾਸ ਨਹੀਂ ਚੇਂਜ ਕੀਤਾ। ਇਹ ਧਿਆਨ ਕਰ ਲੈਣਾ, ਉਹਨਾਂ ਦਾ ਕ੍ਰਿਸਮਸ ਡੇ 303 ਸ਼ਤਾਬਦੀ ਅੰਦਰ ਉਹਨਾਂ ਨੇ ਫਿਕਸ ਕੀਤਾ 25 ਦਸੰਬਰ, ਕੋਈ ਤਰੀਕ ਨਹੀਂ ਹੈ ਜੀਸਸ ਕ੍ਰਾਈਸਟ ਦੀ। ਲੇਕਿਨ ਉਹਨਾਂ ਨੇ ਆਪਣਾ ਜੀਸਸ ਕ੍ਰਾਈਸਟ ਦੇ ਨਾਂ ਤੇ ਉਹਨਾਂ ਨੇ ਡੇਟ ਫਿਕਸ ਕੀਤੀ 25 ਦਸੰਬਰ। ਉਹਦੇ ਬਾਅਦ ਕੈਲੰਡਰ ਕਿੰਨੀ ਵਾਰੀ ਚੇਂਜ ਹੋਇਆ ਮੈਨੂੰ ਨਹੀਂ ਪਤਾ ਹੈਗਾ, ਕਿ 1752 ਵਿੱਚ ਇੱਕ ਵਾਰੀ 11 ਦਿਨ ਜੁੜੇ ਤੇ ਤੁਸੀਂ ਆਪਣੇ ਕਿਸੇ ਨੇ ਹੋਰ ਨਹੀਂ ਜੋੜੇ। ਅਸੀਂ ਜਦੋਂ ਆਲ ਇੰਡੀਆ ਰੇਡੀਓ ਪ੍ਰੋਗਰਾਮ ਸੁਣਦੇ ਹਾਂ ਉਹਦੇ ਅੰਦਰ ਜਿਹੜੇ ਦੇ ਲੋਕ ਨੇ ਉਹਨਾਂ ਦੇ ਜਨਮ ਦਿਨ ਦੀ ਉੱਥੇ ਰੇਡੀਓ ਉੱਤੇ ਡੇਟ ਦੱਸੀ ਜਾਂਦੀ ਹੈ। ਉਹਨਾਂ ਲੋਕਾਂ ਨੇ ਆਪਣੇ ਇਤਿਹਾਸ ਦੇ ਤਰੀਕਾਂ ਅੰਦਰ 11 ਦਿਨ ਨਹੀਂ ਜੋੜੇ, ਜਿੱਦਾਂ ਕਿ ਅਸੀਂ ਸਾਰੇ ਇਤਿਹਾਸ ਦੇ ਆਪਣੇ ਬਖੀਏ ਉਧੇੜ ਦਿੱਤੇ ਹੈਗੇ ਨੇ। ਤੇ ਜਦੋਂ ਅਸੀਂ ਇਤਿਹਾਸ ਪੜ੍ਹਦੇ ਹਾਂ, ਮੈਂ ਤੁਹਾਨੂੰ ਬੇਨਤੀ ਕਰੂੰਗੀ ਆਪਣਾ ਕੈਮਰਾ ਥੋੜਾ ਜਿਹਾ ਸਹੀ ਕਰ ਲਓ, ਤੁਹਾਡੀ ਫੋਟੋ ਜਿਹੜੀ ਆ ਉਹ ਕੱਟੀ ਜਾ ਰਹੀ ਹੈ ਜੀ, ਥੋੜਾ ਕੈਮਰਾ ਸਹੀ ਕਰ ਲਓ। ਤੁਸੀਂ ਇਹ ਦੇਖੋ, ਤੁਸੀਂ ਮੈਂ ਤੁਹਾਨੂੰ ਇਹ ਦਿਖਾ ਰਿਹਾ, ਫੋਟੋ ਨਜ਼ਰ ਆ ਰਹੀ ਤੁਹਾਨੂੰ ਇਹ ਕਿਤੇ ਸਕਰੀਨ ਤੇ? ਸਕਰੀਨ ਤੇ ਫੋਟੋ ਨਜ਼ਰ ਆ ਰਹੀ ਤੁਹਾਨੂੰ? ਹੈ ਜੀ ਜੀ, ਇਹ ਰੀਅਲ ਫੋਟੋਗ੍ਰਾਫ ਹੈਗੀ ਹੈ ਗੁਰਦੁਆਰਾ ਸੀਸਗੰਜ ਸਾਹਿਬ ਦੀ। ਇਹਦੇ ਉੱਪਰ ਇਹ ਤਰੀਕ ਲਿਖੀ ਨਵੰਬਰ 1675 ਜੀ। ਇਹ ਤਰੀਕ ਉਸ ਸਥਾਨ ਤੇ 4 ਜਾਂ 5 ਜਗ੍ਹਾ ਲਿਖੀ ਹੋਈ ਹੈ, ਇੱਕ ਜਗ੍ਹਾ ਨਹੀਂ ਲਿਖੀ ਹੋਈ ਹੈ। ਉੱਥੇ ਦਰਸ਼ਨੀ ਡਿਓੜੀ ਤੇ ਵੀ ਸੇਮ ਸਿਮੈਟ੍ਰੀਕਲ ਇਹ ਫੋਟੋ ਲੱਗੀ ਹੋਈ ਸੀ ਉੱਥੇ, ਸੇਮ ਜੀ, ਅਗਰ ਤੁਹਾਨੂੰ ਇਹ ਨਜ਼ਰ ਆ ਰਹੀ ਹੋਏਗੀ।
ਇਹ ਰਿਮੂਵ ਕਰੀ ਜੀ ਹੈਗੀ ਜੀ ਹੈ। ਇਹ 2013 ਵਿੱਚ ਜਦੋਂ ਸਰਦਾਰ ਪਰਮਜੀਤ ਸਿੰਘ ਰਾਣਾ ਚੇਅਰਮੈਨ ਬਣੇ ਧਰਮ ਪ੍ਰਚਾਰ ਕਮੇਟੀ ਤੇ, ਅਸੀਂ ਉਹਨਾਂ ਨੂੰ ਬੇਨਤੀ ਕੀਤੀ ਕਿ ਵੀ ਤੁਸੀਂ ਇਹ ਇਤਿਹਾਸ ਬੋਰਡ ਕਿਉਂ ਹਟਾ ਦਿੱਤਾ ਹੈਗਾ। ਉਹਨੇ ਕਿਹਾ ਜੀ ਰੰਗ ਰੋਗਨ ਹੋ ਰਿਹਾ, ਅਸੀਂ ਇਹਨੂੰ ਕੁਝ ਦਿਨਾਂ ਬਾਅਦ ਹਟਾ ਦੇਵਾਂਗੇ। ਅਸੀਂ ਫਿਰ ਉਹਨਾਂ ਨੂੰ ਪੁੱਛਿਆ ਜਾ ਕੇ 2 ਸਾਲ ਬਾਅਦ ਕਿ ਤੁਸੀਂ ਕਿਹਾ ਰੰਗ ਰੋਗਨ ਹੋਏ ਤੇ ਬਹੁਤ ਚਿਰ ਹੋ ਗਿਆ, ਹਟਾਓਗੇ ਕਿ ਕਦੋਂ ਲਗਾਓਗੇ ਦੁਬਾਰਾ। ਉਹਨੇ ਕਿਹਾ ਜਾ ਤੂੰ ਮੂੰਹ ਜ਼ਬਾਨੀ ਗੱਲ ਕਰਕੇ ਜਾਣਾ, ਮੈਨੂੰ ਲਿਖਤ ਰੂਪ ਚ ਦੇ ਕੇ ਜਾ ਕਿ ਤੂੰ ਕੀ ਕਹਿਣਾ ਚਾਹੁੰਦਾ ਵਾ। ਅਸੀਂ ਉਹਨਾਂ ਨੂੰ 2015 ਦੀ ਚਿੱਠੀ ਪਾਈ ਹੋਈ ਹੈ। ਇਹ ਚਿੱਠੀ ਦਾ ਕੋਈ ਜਵਾਬ ਆਇਆ ਤੁਹਾਨੂੰ ਕਿ ਨਹੀਂ? ਕੋਈ ਜਵਾਬ ਨਹੀਂ ਆਇਆ। ਹੁਣ ਤੇ ਉਹ ਚੇਅਰਮੈਨ ਵੀ ਨਹੀਂ ਹੈਗੇ, ਉਹਨਾਂ ਨੂੰ ਅਸੀਂ ਕੋਈ ਪਾਇਆ ਤੇ ਉਹ ਜਵਾਬ ਨਹੀਂ ਆਇਆ। ਚਲੋ ਜੇ ਉਹ ਚੇਅਰਮੈਨ ਨਹੀਂ ਹੈਗੇ ਤੇ ਕੀ ਇਸ ਚਿੱਠੀ ਨੂੰ ਜਿਹੜਾ ਦੁਬਾਰਾ ਕਮੇਟੀ ਦੇ ਕੋਲ ਤੁਸੀਂ ਜਾ ਕੇ ਜਿਹੜਾ ਇਹ ਨਹੀਂ ਵਿਖਾਇਆ ਕਿ ਇਹ 2015 ਦੀ ਚਿੱਠੀ ਜਿਹੜੀ ਤੁਹਾਡੇ ਵੱਲੋਂ ਪਾਈ ਗਈ ਸੀ ਉਹਦਾ ਜਵਾਬ? ਜੀ ਅਸੀਂ ਇਹਨਾਂ ਨੂੰ ਅਪਰੋਚ ਕਰਦੇ ਰਹਿੰਦੇ। ਅਸੀਂ ਤੇ ਜਦੋਂ ਹੀ ਪ੍ਰੋਗਰਾਮ ਆਉਂਦਾ, ਜਿਹੜੇ ਪ੍ਰੈਜ਼ੀਡੈਂਟ ਚਾਹੇ ਉਹ ਮਨਜੀਤ ਸਿੰਘ ਜੀਕੇ ਹੋਵੇ ਜਾਂ ਸਿਰਸਾ ਹੋਵੇ ਜਾਂ ਉਹਨਾਂ ਦਾ ਸੈਕਟਰੀ, ਉਹਨਾਂ ਨੂੰ ਹਰ ਵਾਰੀ ਹਲੂਣਾ ਦਿੰਦੇ ਰਹਿੰਦੇ ਆ ਕਿ ਤੁਸੀਂ ਪੰਥ ਵਾਸਤੇ, ਪੰਥ ਦੀ ਵਿਰਾਸਤ ਵਾਸਤੇ ਕੀ ਛੱਡ ਕੇ ਜਾ ਰਹੇ ਹੋ। ਅਸੀਂ ਪੂਰੇ ਬਾਲ ਨੂੰ ਬੇਸ ਨਹੀਂ ਮੰਨਦੇ, ਅਸੀਂ ਬੇਸ ਮੰਨਦੇ ਆ ਭਾਈ ਕਾਹਨ ਸਿੰਘ ਨਾਭਾ ਦਾ ਮਹਾਨ ਕੋਸ਼, ਜਿਨ੍ਹਾਂ ਨੇ ਇਤਿਹਾਸ ਇਕੱਠਾ ਕਰਨ ਵਾਸਤੇ ਉਸ ਵੇਲੇ ਦੇ 15 ਜਾਂ 16 ਸਾਲ ਮਿਹਨਤ ਕਰਕੇ ਉਹ ਕੋਸ਼ ਜਿਹੜਾ ਵਾ ਉਹ ਲਿਖਿਆ ਉਹਨਾਂ ਨੇ, ਜਿਹੜਾ ਕਿ ਇੱਥੇ ਤੁਹਾਨੂੰ ਇਹ ਨਜ਼ਰ ਆਏਗਾ, ਅਗਰ ਤੁਹਾਨੂੰ ਇਹ ਕੈਮਰੇ ਤੇ ਇੱਥੇ ਨਜ਼ਰ ਆਏਗਾ, ਇਹ ਹੈਗਾ ਇਹਨਾਂ ਦਾ, ਇਹ ਭਾਸ਼ਾ ਵਿਭਾਗ ਪੰਜਾਬ ਦਾ ਪ੍ਰਕਾਸ਼ਿਤ ਹੈਗਾ ਵਾ ਮਹਾਨ ਕੋਸ਼। ਇਹਦੇ ਅੰਦਰ ਜਿਹੜੀਆਂ ਤਰੀਕਾਂ ਦਰਜ ਕੀਤੀਆਂ ਹੋਈਆਂ ਨੇ ਸਾਰੇ ਗੁਰੂ ਸਾਹਿਬਾਂ ਦੀਆਂ, ਇਹਨਾਂ ਨੇ ਇਸੀ ਡੇਟ ਜਿਹੜੀਆਂ ਨੇ ਇੰਗਲਿਸ਼ ਕੈਲੰਡਰ ਦੇ ਮੁਤਾਬਕ ਡੇਟਾਂ ਸਾਰੀਆਂ ਉਹਨਾਂ ਨੇ ਅੱਜ ਦਰਜ ਕੀਤੀਆਂ ਹੋਈਆਂ ਨੇ। ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਤਰੀਕ, ਉਹਨਾਂ ਪ੍ਰਕਾਸ਼ ਦਿਵਸ ਦੀ ਤਰੀਕ, ਸਾਰੀਆਂ ਇਹਦੇ ਅੰਦਰ ਲਿਖੀਆਂ ਹੋਈਆਂ ਨੇ। ਤੇ ਅਸੀਂ ਇਹ ਰੈਫਰੈਂਸ ਹੈਗਾ ਸਾਡੇ ਕੋਲ, ਇਹ ਆਥੈਂਟੀਕੇਟ ਰੈਫਰੈਂਸ ਹੈਗਾ ਵਾ। ਪੁਰੇਵਾਲ ਜੀ ਰੈਫਰੈਂਸ ਆਥੈਂਟੀਕੇਟ ਨਹੀਂ ਕਹਿ ਸਕਦੇ ਕਿ ਉਹਨਾਂ ਨੇ 2003 ਕੈਲੰਡਰ ਬਣਾਇਆ, ਉਹ ਪਾਕਿਸਤਾਨ ਦੇ ਗੁਰਦੁਆਰੇ ਅੰਦਰ ਵੈਲਿਡ ਕਰਤਾ। ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦੀ ਤਰੀਕ 16 ਨਵੰਬਰ ਮਨਾਉਂਦੇ ਨੇ। ਇਹਨਾਂ ਨੇ ਫਿਰ ਮੁੜ ਕੇ 2010 ਵਿੱਚ ਰਿਵਾਈਜ਼ ਕਰਕੇ ਉਹਦੇ ਅੰਦਰ 11 ਦਿਨ ਜੋੜ ਦਿੱਤੇ। ਉਹਦੇ ਅੰਦਰ ਉਹਨਾਂ ਨੇ ਰਿਵਾਈਜ਼ ਕਰਕੇ ਉਹਨੂੰ 24 ਨਵੰਬਰ ਕਰਤਾ। ਹਿੰਦੁਸਤਾਨ ਦੇ ਅੰਦਰ ਇੰਡੀਆ ਦਾ ਪ੍ਰੈਜ਼ੀਡੈਂਟ, ਵਾਈਸ ਪ੍ਰੈਜ਼ੀਡੈਂਟ ਸ਼ਰਧਾਂਜਲੀ ਦਿੰਦਾ 24 ਨਵੰਬਰ ਨੂੰ। ਅਸੀਂ ਉਹਦੀ ਪ੍ਰਸ਼ਨ ਚੁੱਕਿਆ ਇਹਨਾਂ ਨੂੰ, ਕਮੇਟੀ ਨੂੰ, ਕਿ ਇਹ ਕੌਣ ਆਦੇਸ਼ ਦਿੰਦਾ ਵਾ ਵੀ ਤੁਸੀਂ ਤੇ ਮਨਾ ਨਹੀਂ ਰਹੇ। ਤੁਸੀਂ ਤੇ ਮਨਾਇਆ ਕਦੀ ਦਸੰਬਰ ਵਿੱਚ, ਤੁਸੀਂ ਆਪਣਾ ਮਗਰ ਸੁਦੀ ਪੰਜਵੀਂ ਦੇ ਹਿਸਾਬ ਨਾਲ ਮਨਾਉਂਦੇ ਹੋ। ਉਹ ਤਰੀਕ ਕਿਸੇ ਨੂੰ ਪਤਾ ਹੀ ਨਹੀਂ ਹੈਗੀ ਨਾ, ਜਿਹੜੇ ਦੇ ਬਾਹਰ ਇਹ ਤਰੀਕ ਲਿਖੀ ਹੋਈ ਹੈ 11 ਨਵੰਬਰ। ਨਾ ਤੁਸੀਂ ਇਹਨੂੰ ਮੰਨਦੇ ਹੋ, ਨਾ ਤੁਸੀਂ ਇਹਨੂੰ ਪ੍ਰਵਾਨਗੀ ਦੇ ਰਹੇ ਹੋ, ਨਾ ਤੁਸੀਂ ਆਪਣਾ ਜਿਹੜਾ ਮਹਾਨ ਕੋਸ਼ ਲਿਖਿਆ ਇਹਨੂੰ ਪ੍ਰਵਾਨਗੀ ਦਿੰਦੇ ਹੋ, ਨਾ ਤੁਸੀਂ 2003 ਦੇ ਕੈਲੰਡਰ ਨੂੰ ਪ੍ਰਵਾਨਗੀ ਦਿੰਦੇ ਹੋ, ਨਾ ਤੁਸੀਂ 2010 ਦੇ ਕੈਲੰਡਰ ਨੂੰ ਦਿੰਦੇ ਹੋ। ਫਿਰ ਤੁਸੀਂ ਕਰ ਕੀ ਰਹੇ ਹੋ ਤੇ ਪੰਥ ਨੂੰ ਕਿਹੜੇ ਰਾਹ ਹੋ? ਇਹਦੇ ਬਾਰੇ ਕੋਈ ਤੇ ਗੱਲ ਕਲੀਅਰ ਕਰੇ। ਜੀ ਬਿਲਕੁਲ। ਤੇ ਜੇ ਹੋਏਗਾ ਨਹੀਂ ਤਾਂ ਹੋਏਗਾ ਕਿ ਸਿੰਘ ਜੀ ਉਹਨਾਂ ਕੋਲ ਚੱਲਦੇ ਆ। ਤੇ ਭਾਈ ਸਾਹਿਬ ਜੀ, ਜਿਵੇਂ ਭਾਈ ਸਾਹਿਬ ਜੀ ਨੇ ਬਹੁਤ ਪ੍ਰਮਾਣ ਜਿਹੜੇ ਸਾਨੂੰ ਦਿਖਾਏ, ਕਾਹਨ ਸਿੰਘ ਨਾਭਾ ਜੀ ਦਾ ਮਹਾਕੋਸ਼ ਦਿਖਾਇਆ, ਉਸ ਤੋਂ ਇਲਾਵਾ ਇਹਨਾਂ ਨੇ ਜਿਹੜੇ ਉੱਥੇ ਦਿੱਲੀ ਦੇ ਗੁਰਦੁਆਰੇ ਨੇ ਉਹਨਾਂ ਦੀ ਜਿਹੜੀ ਫੋਟੋ ਸਾਨੂੰ ਇਹਨਾਂ ਨੇ ਵਿਖਾਈ ਕਿ ਉੱਥੇ ਤਰੀਕਾਂ ਜਿਹੜੀਆਂ ਨੇ ਉਹ ਹੋਰ ਲਿਖੀਆਂ ਹੋਈਆਂ ਨੇ ਤੇ ਮਨਾਇਆ ਜਿਹੜਾ ਹੋਰ ਡੇਟਾਂ ਤੇ ਜਾਂਦਾ ਹੈ। ਕਿਉਂ ਕਮੇਟੀਆਂ ਜਿਹੜੀਆਂ ਆਪਣੇ ਇਹਨਾਂ ਫਰਜ਼ਾਂ ਤੋਂ ਦੂਰ ਜਾਂਦੀਆਂ ਨਜ਼ਰ ਆ ਰਹੀਆਂ ਨੇ? ਕਿਉਂ ਨਹੀਂ ਜਿਹੜਾ ਪੰਥ ਇੱਕ ਮੁੱਦੇ ਤੇ ਜਿਹੜਾ ਉਹ ਇਕੱਠਾ ਹੋ ਪਾ ਰਿਹਾ ਜੀ? हरि सिंह जी कुछ कहना चाह रहे हैं जी, पहले सुन लेना जी। ਮਹਾਨ ਕੋਸ਼ ਦਾ ਜਿਹੜਾ ਵਾ ਗੁਰੂ ਤੇਗ ਬਹਾਦਰ ਸਾਹਿਬ ਦਾ ਇਤਿਹਾਸ ਹੈਗਾ ਵਾ, ਇਹ ਤੇ ਤਰੀਕ ਲਿਖੀ ਹੋਈ ਹੈ। ਕਿ ਤੁਸੀਂ ਫੋਕਸ ਕਰ ਸਕਦੇ ਆਪਣੇ ਕੈਮਰੇ ਨੂੰ, ਇੱਥੇ ਕੈਮਰੇ ਫੋਕਸ ਕਰਕੇ ਦੇਖ ਸਕਦੇ ਹੋ ਤੁਸੀਂ। ਇਹ 11 ਨਵੰਬਰ 1675 ਸ਼ਹੀਦੀ ਤਰੀਕ ਲਿਖੀ ਹੋਈ ਹੈ ਜੀ। ਤੇ ਉੱਤੇ ਮਹਾਰਾਜਾ ਪ੍ਰਦਮਨ ਸਿੰਘ ਸੀ ਨਾਭਾ ਦਾ, ਜਿਨ੍ਹਾਂ ਨੇ 14 ਜਾਂ 15 ਸਾਲ ਪੂਰਾ ਇਤਿਹਾਸ ਰਿਸਰਚ ਕਰਕੇ ਤੇ ਉਹਦੇ ਉੱਤੇ ਕਰਕੇ ਤਾਂ ਉਹਨਾਂ ਨੇ ਡੇਟਾ ਜਿਹੜੀਆਂ ਨੇ ਕੰਪਾਈਲ ਕੀਤੀਆਂ। ਔਰ ਇਹੀ ਡੇਟਾ ਜਦੋਂ ਦਿੱਲੀ ਦੇ ਗੁਰਦੁਆਰਿਆਂ ਦੀ ਕਾਰ ਸੇਵਾ ਹੋਈ ਹੈ 1930 ਦੇ ਅੰਦਰ, ਉਦੋਂ ਇਹ ਡੇਟਾ ਜਿਹੜੀਆਂ ਗੁਰਦੁਆਰੇ ਉੱਤੇ ਪ੍ਰਸਕ੍ਰਾਈਬ ਕੀਤੀਆਂ ਉਦੋਂ ਦੇ ਪੰਨੇ। ਜਿਹੜਾ ਉੱਥੇ ਇਤਿਹਾਸਕ ਖੂਹ ਆ ਉੱਥੇ ਵੀ ਤਰੀਕ ਜਿਹੜੀ ਹੈ ਉਹ ਵੀ 11 ਨਵੰਬਰ ਲਿਖੀ ਹੋਈ ਹੈ। ਤੁਹਾਨੂੰ ਹੋਰ ਵੀ ਸੁਣ ਕੇ ਬਹੁਤ ਹੈਰਾਨੀ ਹੋਏਗੀ ਕਿ ਜਿਹੜਾ ਇਹਨਾਂ ਨੇ ਹੁਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਗੁਰਪੁਰਬ ਮਨਾਇਆ ਹੈ, ਉਹਦੀ ਜਿਹੜੀ ਉਹਨਾਂ ਦਾ ਜਨਮ ਸਥਾਨ ਉੱਥੇ ਹੈਗਾ ਵਾ ਅੰਮ੍ਰਿਤਸਰ ਸਾਹਿਬ, ਉਹਦੇ ਉੱਤੇ ਵੀ ਬੋਰਡ ਜਿਹੜਾ ਲੱਗਾ ਵਾ, ਉਹ ਬੋਰਡ ਉੱਤੇ ਵੀ ਬਹੁਤ ਵੱਡੀ ਤਰੀਕ ਲਿਖੀ ਹੋਈ ਆ 1 ਅਪ੍ਰੈਲ 1621। ਮੈਂ ਸਪੈਸ਼ਲ ਉੱਥੇ ਉਦਨ ਹੋ ਕੇ ਆਇਆ ਵਾਂ, ਨਤਮਸਤਕ ਹੋ ਗਿਆ ਉੱਥੇ ਉਹਨਾਂ ਦੇ ਜਨਮ ਸਥਾਨ ਤੇ। ਅਗਰ ਇਹ ਤੁਸੀਂ ਫੋਕਸ ਕਰ ਸਕਦੇ ਹੋ ਤੇ ਇੱਥੇ ਦੇਖੋ, ਤੁਹਾਨੂੰ ਇਹ ਤਰੀਕ ਥੱਲੇ ਲਿਖੇਗੀ ਕਿ ਇਸ ਪਾਵਨ ਸਥਾਨ ਤੇ 1 ਅਪ੍ਰੈਲ
ਸੋ ਇਹਨੂੰ ਪ੍ਰਕਾਸ਼ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ। ਇਹ ਐਸਜੀਪੀਸੀ ਦੇ ਅੰਡਰ ਗੁਰਦੁਆਰਾ ਹੈ। ਜੇ 400 ਸਾਲਾ ਗੁਰਪੁਰਬ ਮਨਾਇਆ, ਉਹਨਾਂ ਦੇ ਜਨਮ ਸਥਾਨ ਤੇ ਤਰੀਕ ਇੱਕ ਅਪ੍ਰੈਲ ਲਿਖੀ ਹੋਈ ਹੈ ਤੇ ਇਹਦੀ ਮਨਾਉਣ ਦੀ ਜ਼ਿੰਮੇਵਾਰੀ ਕੌਣ ਲਏਗਾ? ਤੁਹਾਨੂੰ ਮੈਂ ਹੋਰ, ਕਿਉਂਕਿ ਤਰੀਕਾਂ ਦੀ ਗੱਲ ਚੱਲ ਰਹੀ ਹੈ ਤੇ ਮੈਂ ਤੁਹਾਨੂੰ ਕਲੀਅਰ ਕਰ ਦਵਾਂ, ਅਸੀਂ ਇੰਨੇ ਅਵੇਸਲੇ ਹੋ ਗਏ ਹਾਂ ਕਿ ਸਾਡੇ 2 ਗੁਰੂ ਸਾਹਿਬਾਂ ਦਾ ਪ੍ਰਕਾਸ਼ ਦਿਹਾੜਾ 15 ਅਪ੍ਰੈਲ ਪੈਂਦਾ ਵਾ। ਤੇ ਉਹ ਮੈਂ ਤੁਹਾਨੂੰ ਆਪਣੇ ਉੱਥੋਂ ਨਹੀਂ ਦੱਸ ਰਿਹਾ ਕਿ ਮੇਰੇ ਡਿਫਰੈਂਸ ਨਹੀਂ ਹੈਗਾ। ਇਹ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈਬਸਾਈਟ ਤੋਂ ਮੈਂ ਡਾਊਨਲੋਡ ਕੀਤਾ ਹੈਗਾ। ਇਹ ਜਿਹੜਾ ਮੈਂ ਪ੍ਰਿੰਟ ਕੀਤਾ ਲਿਆ ਹੈਗਾ ਵਾ, ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਵੈਬਸਾਈਟ ਹੈ। ਦੂਜਾ ਜਿਹੜਾ ਪੇਜ ਹੈ ਉਹ ਐਸਜੀਪੀਸੀ ਦਾ ਹੈ। ਇਹ ਉਹਨਾਂ ਦੀ ਵੈਬਸਾਈਟ ਤੋਂ ਮੈਂ ਪੇਜ ਡਾਊਨਲੋਡ ਕਰਕੇ ਪ੍ਰਿੰਟ ਆਊਟ ਲਿਆ ਆਇਆ ਵਾ। ਦੋਨਾਂ ਉੱਤੇ 15 ਅਪ੍ਰੈਲ 1563 ਤਰੀਕ ਲਿਖੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਤੇ ਗੁਰੂ ਨਾਨਕ ਦੇਵ ਜੀ ਦਾ ਵੀ ਜਿਹੜਾ ਤਰੀਕ ਹੈ ਉਹ ਵੀ 15 ਅਪ੍ਰੈਲ ਹੈਗੀ ਹੈ। ਜੇ ਸਾਡੇ 2 ਗੁਰੂ ਸਾਹਿਬਾਂ ਦਾ ਪ੍ਰਕਾਸ਼ ਦਿਹਾੜਾ 15 ਅਪ੍ਰੈਲ ਨੂੰ ਹੈ ਤੇ ਅਸੀਂ ਆਪਣੇ ਪੰਥ ਦੇ ਕਿਤੇ ਪ੍ਰਚਾਰ ਵਿੱਚ ਇਹ ਗੱਲ ਦਾ ਹਵਾਲਾ ਹੀ ਨਹੀਂ ਦਿੰਦੇ। ਅਸੀਂ ਕੱਤਕ ਦੀ ਪੁੰਨਿਆ ਲੈਂਦੇ ਹਾਂ ਤੇ ਉਹ ਹੈਗਾ ਗੰਗਾ ਇਸ਼ਨਾਨ ਜਾਂ ਤੁਲਸੀ ਵਿਆਹ, ਅਸੀਂ ਉਹਦੇ ਨਾਲ ਜੋੜੀ ਜਾਂਦੇ ਆਪਣੇ ਇਤਿਹਾਸ ਨੂੰ। ਤੇ ਜਿਹੜਾ ਇਤਿਹਾਸ ਇਹਨਾਂ ਆਪ ਲਿਖਿਆ ਹੋਇਆ ਵਾ, ਮੇਰੇ ਕੋਲ ਰੈਫਰੈਂਸ ਵਾਸਤੇ ਭਗਤ ਪੂਰਨ ਸਿੰਘ ਜੀ ਦਾ ਜਿਹੜਾ ਪਿੰਗਲਵਾੜਾ ਹੈ, ਉਹ ਵੀ ਪੂਰਾ ਜੀਵਨ ਬਿਉਰਾ ਕੱਢਦਾ ਵਾ ਗੁਰੂ ਸਾਹਿਬਾਂ ਦਾ। ਬਹੁਤ ਵੱਡਾ ਇਸ਼ਤਿਹਾਰ ਹੈਗਾ। ਇੱਥੇ ਮੈਂ ਅਗਰ ਖੋਲਾਂਗਾ ਤਾਂ ਸ਼ਾਇਦ ਇੱਥੇ ਖੁੱਲ ਵੀ ਨਹੀਂ ਪਾਏਗਾ, ਲੇਕਿਨ ਸ਼ਾਇਦ ਲੱਖਾਂ ਕਾਪੀਆਂ ਜਿਹੜੀਆਂ ਡਿਸਟ੍ਰੀਬਿਊਟ ਕਰ ਚੁੱਕੇ ਨੇ। ਜਿਹੜੀ ਦੁਖਦਾਈ ਗੱਲ ਇਹ ਹੈਗੀ ਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਜਿਹੜੇ ਸ਼ਹੀਦ ਹੋਰ ਹੋਏ, ਭਾਈ ਮਤੀ ਦਾਸ, ਭਾਈ ਸਤੀ ਦਾਸ ਜੀ, ਉਹਨਾਂ ਦਾ ਪਰਿਵਾਰ ਜਿਹੜਾ ਵਾ ਉਹ 9 ਨਵੰਬਰ ਨੂੰ ਸ਼ਹੀਦੀ ਮੰਨਦਾ ਵਾ ਤੇ ਉਹ ਉੱਥੇ ਭਾਈ ਮਤੀ ਦਾਸ ਚੌਂਕ ਆਉਂਦੇ ਨੇ। ਹੋਰ ਤੁਹਾਨੂੰ ਅਫਸੋਸ ਦੀ ਗੱਲ ਇਹ ਵੀ ਤੁਹਾਨੂੰ ਦੱਸ ਦੇਵਾਂ ਕਿ ਉਹ ਅੱਜ ਪਰਿਵਾਰ ਸਿੱਖ ਬਾਣੇ 'ਚ ਨਹੀਂ ਹੈਗਾ, ਉਹ ਵਾਪਸ ਆਪਣਾ ਹਿੰਦੂ ਬਣ ਗਏ ਨੇ। ਉਹ ਇਹ ਬੜੀ ਦੁਖਦਾਈ ਗੱਲ ਹੈਗੀ ਹੈ। ਉਹਨਾਂ ਨੇ ਤੇ ਕੀਤਾ ਨਹੀਂ ਆਪਣਾ, ਉਹਨਾਂ ਕੈਲੰਡਰ ਤੇ ਉਹਨਾਂ ਕਿਸੇ ਸਾਡੇ ਵਾਸਤੇ ਕੈਲੰਡਰ ਚੇਂਜ ਹੁੰਦਾ ਵਾ। ਹੁਣ ਅਸੀਂ ਹਰ ਇੱਕ ਸਾਰੀ ਇੱਕ ਤੁਸੀਂ ਗੁਰੂ ਸਾਹਿਬ ਦੀ ਗੱਲ ਨਹੀਂ ਕਰ ਰਹੇ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਗੁਰਦੁਆਰੇ ਚਲੇ ਜਾਓ, ਦਿੱਲੀ ਹੈਗਾ ਉਹਨਾਂ ਦਾ ਸ਼ਹੀਦੀ ਸਥਾਨ, ਉੱਥੇ ਦਿੱਲੀ ਕਮੇਟੀ ਦੇ ਅੰਡਰ ਗੁਰਦੁਆਰਾ ਹੈ। ਉੱਥੇ ਜਿਹੜੀ ਤਰੀਕ ਦਾ ਪ੍ਰਿੰਟ ਆਊਟ ਹੈਗਾ ਵਾ, ਉਹ ਪ੍ਰਿੰਟ ਆਊਟ ਉੱਥੇ ਬਾਅਦ ਬਹੁਤ ਵੱਡਾ ਬੋਰਡ ਦੇ ਉੱਤੇ ਤਰੀਕ ਲਿਖੀ ਹੋਈ ਹੈ 9 ਜੂਨ ਜੀ। ਇਹਨਾਂ ਕਰੋ ਅਸੀਂ ਪਰਮਿਸ਼ਨ ਮੰਗਦੇ ਆ ਤੇ ਪਰਮਿਸ਼ਨ ਨਹੀਂ ਮਿਲਦੀ। ਔਰ ਜਦੋਂ ਇਹਨਾਂ ਦੇ ਆਰਟੀਕਲ ਛਾਪਦੇ ਨੇ ਤੇ ਆਰਟੀਕਲ ਅੰਦਰ ਡੇਟਾਂ ਹਰ ਵਾਰੀ ਚੇਂਜ ਮਿਲਦੀਆਂ ਨੇ। ਇਹਨਾਂ ਦੇ ਆਰਟੀਕਲ ਕੁਝ ਕਹਿੰਦਾ ਵਾ, ਇਹਨਾਂ ਦੀ ਜੰਤਰੀਆਂ ਇਹ ਦਿੱਲੀ ਹੈ, ਆਪਣਾ ਅੰਮ੍ਰਿਤਸਰ ਦੀ ਹੈ, ਇਹ ਅੰਮ੍ਰਿਤਸਰ ਦੀ ਜੰਤਰੀ ਹੈ ਇਹਨਾਂ ਦੀ। ਇਹਦੇ ਅੰਦਰ ਇਹਨਾਂ 24 ਜੂਨ ਲਿਖੀ ਹੈ। ਤੇ ਜਦੋਂ ਇਹਨਾਂ ਦੇ ਆਰਟੀਕਲ ਛਾਪਦੇ ਨੇ ਤੇ ਆਰਟੀਕਲ ਅੰਦਰ ਕਦੀ ਤੇ ਲਿਖਦੇ ਨੇ 19 ਜੂਨ, ਕਦੀ ਲਿਖਦੇ ਨੇ 9 ਜੂਨ। ਇਹਨਾਂ ਦੀ ਇੱਕ ਹੀ ਅਦਾਰੇ ਦੀ ਕਿਤਾਬਾਂ ਨੇ, ਇੱਕ ਹੀ ਅਦਾਰੇ ਦੇ ਅੰਦਰ 2 ਤਰੀਕਾਂ ਵੱਖ ਕਿੱਦਾਂ ਹੋ ਸਕਦੀਆਂ ਨੇ? ਜਿੱਦਾਂ ਭਾਈ ਤਾਰੂ ਸਿੰਘ ਦੇ ਵਾ, ਭਾਈ ਤਾਰੂ ਸਿੰਘ ਜਦੋਂ ਆਰਟੀਕਲ ਲਿਖਦੇ ਨੇ ਤੇ ਉਹ 'ਚ ਇਹਨਾਂ ਨੇ ਬੜਾ ਸਾਫ਼ ਲਿਖਿਆ ਹੋਇਆ ਵਾ। ਇਹ ਮੈਂ ਤੁਹਾਨੂੰ ਪੇਜ ਦਿਖਾ ਰਿਹਾ ਵਾਂ, ਅਗਰ ਫੋਕਸ ਕਰ ਲਓਗੇ ਤਾਂ ਤੁਹਾਨੂੰ ਨਜ਼ਰ ਆ ਜਾਏਗਾ। ਇਹ ਸੀਸਗੰਜ ਮੈਗਜ਼ੀਨ ਦਾ ਪੇਜ ਹੈਗਾ ਵਾ ਜੀ। ਇਹ 'ਚ ਇਹਨਾਂ ਬਿਲਕੁਲ ਸਾਫ਼ ਲਿਖਿਆ ਕਿ ਬਹਾਦਰ ਦੀ ਸ਼ਹਾਦਤ 9 ਜੂਨ ਨੂੰ ਹੋਈ ਤੇ ਭਾਈ ਤਾਰੂ ਸਿੰਘ ਜੀ ਦਾ ਖੋਪਰ ਜਿਹੜਾ ਵਾ ਉਹ 1 ਜੁਲਾਈ 1745 ਨੂੰ ਉਤਾਰਿਆ ਗਿਆ। ਮਨਾਈਆਂ ਦੋਵੇਂ ਤਰੀਕਾਂ ਨਹੀਂ ਜਾਂਦੀਆਂ। ਜੇ ਤੁਸੀਂ ਮਨਾਣੀਆਂ ਨਹੀਂ ਆ ਤੇ ਇਹ ਜਿਹੜਾ ਸਰਕਾਰੀ ਜਿਹੜਾ ਸੰਗਤ ਦਾ ਪੈਸਾ ਲੱਗਦਾ ਵਾ, ਇਹ ਕੋਈ ਆਪਣਾ ਕੋਈ ਇੰਡੀਵਿਜੂਅਲ ਤੇ ਨਹੀਂ ਛਾਪਦਾ ਵਾ। ਇਹ ਮੈਗਜ਼ੀਨ ਨਿਕਲਦੀ ਆ, ਇੱਥੇ ਲੱਖਾਂ ਰੁਪਇਆ ਲੱਗਦਾ ਪ੍ਰਿੰਟ ਕਰਨ ਵਾਸਤੇ। ਸੰਗਤ ਪੜ੍ਹਦੀ ਵੀ ਹੈ ਇਹਨੂੰ। ਜੇ ਪੜ੍ਹਦੀ ਕੁਛ ਹੈ, ਤੁਸੀਂ ਇਤਿਹਾਸ ਬੋਰਡ ਤੇ ਕੁਛ ਲਿਖਿਆ ਵਾ, ਮਨਾਓਗੇ ਤੁਸੀਂ ਹੋਰ ਕੈਲੰਡਰ ਨਾਲ। ਤੇ ਨਾ ਤੇ ਤੁਸੀਂ 2003 ਦਾ ਕੈਲੰਡਰ ਮੰਨਦੇ ਹੋ, ਨਾ ਤੁਸੀਂ 2016 ਦਾ 2010 ਦਾ ਕੈਲੰਡਰ ਮੰਨਦੇ ਹੋ। ਪਹਿਲਾਂ ਬਿਕਮੀ ਮੰਨਦੇ ਹੋ, ਕਦੀ ਨਹੀਂ ਮੰਨਦੇ ਹੋ। ਸਾਡਾ ਤਾਂ ਇੱਕੋ ਗੱਲ ਹੈਗੀ ਕਿ ਜੋ ਚੀਜ਼ਾਂ ਹਿਸਟਰੀ ਦੇ ਅੰਦਰ ਲਿਖੀਆਂ ਹੋਈਆਂ ਨੇ ਉਹਨੂੰ ਮੰਨੋ। ਵੈਲੈਂਟਾਈਨ ਡੇ ਕਦੀ ਚੇਂਜ ਨਹੀਂ ਹੋਇਆ। ਅੱਜ ਸਿੱਖ ਸਕੂਲਾਂ ਦੇ ਬੱਚਿਆਂ ਨੂੰ ਪੁੱਛੋ ਕਿ ਵੈਲੈਂਟਾਈਨ ਡੇ ਕਦੋਂ ਹੈਗਾ ਵਾ, ਉਹ ਤੋਤੇ ਵਾਂਗਰ ਦੱਸਦੇ ਨੇ 14 ਫਰਵਰੀ ਹੈਗਾ ਵਾ। ਉਹਨਾਂ ਨੂੰ ਚਿਲਡਰਨ ਡੇ ਪੁੱਛ ਲਓ। ਭਾਈ ਸਾਹਿਬ, ਅਸੀਂ ਇਹਨਾਂ ਸਾਰੇ ਜਿਹੜੇ ਤੁਸੀਂ ਜੋ ਵੀ ਹੁਣ ਸਾਨੂੰ ਵਿਖਾਏ ਨੇ, ਅਸੀਂ ਚੱਲਦੇ ਆ ਸਾਧੂ ਭੁਪਿੰਦਰ ਸਿੰਘ ਹੋਣਾ ਦੇ ਕੋਲ। ਉਹਨਾਂ ਦੇ ਕੋਲੋਂ ਜਾਣਦੇ ਕਿ ਕਿਉਂ ਜਿਹੜਾ ਵਾਰ-ਵਾਰ ਇਤਿਹਾਸ ਦੇ ਨਾਲ ਛੇੜਖਾਨੀ ਕੀਤੀ ਜਾਂਦੀ ਹੈ, ਕਦੇ ਸਾਡੀਆਂ ਤਰੀਕਾਂ ਦੇ ਵਿੱਚ ਜਿਹੜਾ ਬਦਲਾਵ ਕੀਤਾ ਜਾਂਦਾ, ਜਾਂ ਇਸ ਤੋਂ ਇਲਾਵਾ ਹੋਰ ਬਹੁਤ ਸਾਰੀ ਘਟਨਾਵਾਂ ਜਿਹੜੀਆਂ ਸਾਡੇ ਸਾਹਮਣੇ ਦੇਖਣ ਨੂੰ ਮਿਲਦੀਆਂ ਨੇ
ਕਿਉਂ ਕਮੇਟੀਆਂ ਜਿਹੜੀਆਂ ਅੱਜ ਸਾਡੀਆਂ ਨੇ ਉਹ ਵੇਸਲੀਆਂ ਹੋ ਗਈਆਂ ਨੇ। ਸੋ ਭਾਈ ਸਾਹਿਬ ਜੀ, ਮੈਂ ਤੁਹਾਡੇ ਕੋਲੋਂ ਜਾਣਨਾ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ ਸਾਡੀ ਕੌਮ ਦੇ ਨਾਲ ਜੀ। ਮੈਂ ਪਹਿਲਾਂ ਤਾਂ ਇੱਕ ਬੀਬੀ ਜੀ ਆਪਣੇ ਵੱਡੇ ਭਾਈ ਸਾਹਿਬ ਨੂੰ ਵੀ ਗੱਲ ਦੱਸ ਦਿਆਂ ਔਰ ਆਪ ਜੀ ਦੇ ਵੀ ਜ਼ਹਿਨ ਵਿੱਚ ਪਾ ਦਿਆਂ ਕਿ ਅਸੀਂ ਲੋਕ ਇੰਗਲਿਸ਼ ਕੈਲੰਡਰ ਔਰ ਜਦੋਂ ਉਦਾਹਰਨ ਦੇ ਰਹੇ ਹਾਂ 25 ਦਸੰਬਰ ਦਾ ਕ੍ਰਿਸਮਸ ਦਾ, ਤੇ ਮੇਰੀ ਇੱਕ ਬੜੀ ਬੇਨਤੀ ਹੈ ਗੱਲ ਨੂੰ ਸਮਝਣਾ, ਉਹਨਾਂ ਦੇ ਵਿੱਚ ਵੀ ਜਿਹੜਾ ਕ੍ਰਿਸਮਸ ਦੋ ਵੱਖ-ਵੱਖ ਧਿਰੇ ਬਣੇ ਹੋਏ ਨੇ, 25 ਦਸੰਬਰ ਤੇ 7 ਜਨਵਰੀ। ਭਾਈ ਸਾਹਿਬ ਤੁਸੀਂ ਗੂਗਲ ਦੇ ਵਿੱਚ ਜਾ ਕੇ ਆਰਥੋਡਾਕਸ ਕ੍ਰਿਸਮਸ ਦਾ ਜਿਹੜਾ ਟਾਈਪ ਕਰੋਗੇ ਤੁਹਾਨੂੰ 7 ਜਨਵਰੀ ਦੇਖ ਲੈਣਾ। ਆਉਣ ਵਾਲਾ ਟੀ ਹੈ ਉਹ 7 ਜਨਵਰੀ 2022 ਦੇ ਵਿੱਚ ਉਹਨਾਂ ਨੇ ਮਨਾਉਣੀ ਹੈ। ਮੈਂ ਬਕਾਇਦਾ ਇਸ ਚੀਜ਼ ਨੂੰ ਦੇਖਣ ਲਈ ਬਕਾਇਦਾ ਮੈਨੂੰ ਚਰਚ ਜਾਣਾ ਪਿਆ ਔਰ ਮੈਂ ਚਰਚ ਗਿਆ। ਬਾਅਦ ਹੀ ਪਤਾ ਲੱਗਾ ਕਿ ਇਥੋਪੀਆ ਸਾਈਡ ਦੀ ਜਿਹੜੀਆਂ ਕੁਝ ਕੰਟਰੀਆਂ ਨੇ ਉਹ ਕ੍ਰਿਸਮਸ ਨੂੰ 7 ਜਨਵਰੀ ਮਨਾਉਂਦੀਆਂ ਨੇ। ਉਹਨਾਂ ਦਾ ਨਵਾਂ ਸਾਲ ਵੀ ਜਿਹੜਾ ਹੈ ਇਹ ਜਿਸ ਟਾਈਮ ਇਹ 31 ਨੂੰ ਗਿਣਦੇ ਨੇ, ਉਹਨਾਂ ਦਾ ਨਵਾਂ ਸਾਲ ਵੀ ਜਾ ਕੇ 21 ਤਰੀਕ ਦੇ ਲਾਗੇ ਤਾਗੇ ਜਨਵਰੀ ਨੂੰ ਚੜ੍ਹਦਾ ਹੈ, ਜੋ ਇਹਨਾਂ ਦੀ ਜੂਲੀਅਨ ਜੋਰਜੀਅਨ ਕੈਲੰਡਰ ਦੇ ਅਨੁਸਾਰ। ਖੈਰ ਮੈਂ ਚਾਹੁੰਦਾ ਵਾਂ ਕਿ ਵੀ ਆਪਾਂ ਦੂਜੇ ਧਰਮਾਂ ਦੀ ਜਿਹੜੀਆਂ ਡੇਟਾ ਜਾਂ ਉਹਨਾਂ ਦੇ ਜਿਹੜੇ ਸਿਸਟਮ ਨੇ ਉਹਨੂੰ ਨਾ ਵੇਖਦੇ, ਅਸੀਂ ਆਪਣੇ ਸੁਧਾਰ ਵਾਲੇ ਪਾਸੇ ਦੇਖੀਏ। ਹੁਣ ਸਾਡੇ ਸਾਹਮਣੇ ਗੱਲ ਜਿਹੜੀ ਆ ਜਾਂਦੀ ਹੈ, ਭਾਈ ਸਾਹਿਬ ਨੇ ਬਿਲਕੁਲ ਕਿਹਾ ਵੀ ਜਿਹੜਾ ਪਾਲ ਸਿੰਘ ਪੁਰੇਵਾਲ ਵਾਲਾ ਕੈਲੰਡਰ, ਖੈਰ ਭਾਈ ਸਾਹਿਬ ਇੱਕ ਚੀਜ਼ ਭੁੱਲ ਗਏ, ਇਹਨੂੰ ਪਹਿਲੇ 2000 ਹੀ ਲਾਗੂ ਕੀਤਾ ਗਿਆ, ਫਿਰ 2003 ਵਿੱਚ ਕਹਿੰਦੇ ਨੇ ਜੀ ਉਹਨੂੰ ਸੁਧਾਈ ਕਰਕੇ ਮੰਨਿਆ ਗਿਆ, ਫਿਰ ਬਾਅਦ ਹੀ ਫਿਰ ਸੁਧਾਈ 2010 ਵਾਲੀ ਜਿਹੜੀ ਹੈ ਉਹਦੇ ਚੋਂ ਬਿਕਰਮੀ ਦੀਆਂ ਡੇਟਾ ਕੁਝ ਰਲਾਈਆਂ ਗਈਆਂ, ਜਦਕਿ 2003 ਦੇ ਵਿੱਚ ਵੀ ਦੋ ਆਲਰੇਡੀ ਡੇਟਾ ਜਿਹੜੀਆਂ ਨੇ ਫਲਕਚੁਏਟ ਕਰਨ ਵਾਲੀਆਂ ਜੋੜ ਦਿੱਤੀਆਂ ਗਈਆਂ ਸਨ। ਮੈਂ ਤਾਂ ਸਿਰਫ ਇੱਕ ਗੱਲ ਸਮਝਦਾ ਵਾਂ ਵੀ ਜੇ ਪੁਰਾਣਾ ਇਤਿਹਾਸ ਵਿਕਰਮੀ ਦੇ ਨਾਲ ਸੀਗਾ, ਉਹਨੂੰ ਅਗਰ ਤੁਸੀਂ ਕੋਈ ਡੇਟ ਜਾਰਜੀਅਨ ਔਰ ਜੂਲੀਅਨ ਦੇ ਨਾਲ ਲੈਣੀ ਸੀ, ਸਿੱਧਾ ਸਿੰਪਲ ਕੈਲਕੂਲੇਸ਼ਨ ਕੱਢ ਕੇ ਮੈਨੂੰ ਉਮੀਦ ਲੱਗਦੀ ਹੈ ਜਿੱਥੇ ਤੱਕ ਕਿ ਜਿਹੜੇ ਭਾਈ ਸਾਹਿਬ ਜੀ ਜਿਹੜੇ ਡੇਟਾ ਦੱਸ ਰਹੇ ਨੇ ਇਹ 7 ਜੁਲਾਈ ਦੀ ਜਿਹੜੀ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਪੁਰਬ ਦੀ, ਇਹ ਮੈਨੂੰ ਉਮੀਦ ਲੱਗਦੀ ਹੈ ਕਿ ਵੀ ਇਹ ਉਸੇ ਢੰਗ ਨਾਲ ਜਿਹੜੀ ਹੈ ਉਹਨੂੰ ਕੈਲਕੂਲੇਟ ਕਰਕੇ ਉਹ ਡੇਟ ਜਿਹੜੀ ਹੈ 7 ਜੁਲਾਈ ਦੀ ਜਾਰਜੀਅਨ ਜਾਂ ਜੂਲੀਅਨ ਕੈਲੰਡਰ ਦੇ ਅਨੁਸਾਰ ਕੱਢੀ ਗਈ ਹੋਣੀ, ਜਿਹੜੀਆਂ ਕਿ ਇੱਕ ਵਰਲਡ ਵਾਈਡ ਇੱਕ ਸਾਡਾ ਕਾਮਨ ਈਰਾ ਕੈਲੰਡਰ ਮੈਸਅਪ ਹੈਗਾ। ਇਹਨੂੰ ਅਸੀਂ ਕਾਮਨ ਈਰਾ ਕੈਲੰਡਰ ਕਹਿੰਦੇ ਹਾਂ। ਇਸੇ ਢੰਗ ਦੇ ਨਾਲ ਅਸੀਂ ਆਪਣੇ ਜਿਹੜੇ ਅੱਜ ਦੇ ਜਨਮ ਦਿਹਾੜੇ ਤੇ ਅੱਜ ਦੇ ਮਰਨ ਦੇ ਦਿਨ ਲਿਖਣ ਲੱਗ ਗਏ, ਕਿਉਂਕਿ ਅੱਜ ਦਾ ਜਿਹੜਾ ਰਿਕਾਰਡ ਹੈ ਉਹ ਕਾਮਨ ਈਰਾ ਦੇ ਹਿਸਾਬ ਨਾਲ ਲਿਖਿਆ ਜਾਂਦਾ ਹੈ। ਜਿਹੜਾ ਕਿ ਗੁਰਪੁਰਬ ਉਸ ਵੇਲੇ ਦੇ ਗੁਰੂ ਸਾਹਿਬ ਦੇ ਪੁਰਬ ਵੇਲੇ ਸੀ, ਉਸ ਵੇਲੇ ਕਾਮਨ ਈਰਾ ਦਾ ਕੋਈ ਸਥਾਨ ਨਹੀਂ ਸੀਗਾ। ਉਸ ਵੇਲੇ ਸਾਡੇ ਇਸ ਖਿੱਤੇ ਦੇ ਵਿੱਚ ਧਰਤੀ ਦੇ ਵਿੱਚ ਬਿਕਰਮੀ ਦੀਆਂ ਜ਼ਿਕਰ ਆਉਂਦੀਆਂ ਨੇ ਔਰ ਬਿਕਰਮੀ ਦੀਆਂ ਹੀ ਡੇਟਾ ਚੱਲਦੀਆਂ ਸਨ, ਜੋ ਸੂਰਜ ਚੰਦ ਦੇ ਚੱਕਰ ਨੂੰ ਲੈ ਕੇ ਚੱਲਦੀਆਂ ਸਨ। ਲੇਕਿਨ ਇਹ ਜਿਹੜਾ ਵਿਸ਼ਾ ਹੈ ਬਹੁਤ ਹੀ ਗੰਭੀਰ ਹੈ। ਭਾਈ ਸਾਹਿਬ ਵੱਲੋਂ ਜਿਹੜਾ ਬਾਰ-ਬਾਰ ਉਠਾਇਆ ਜਾ ਰਿਹਾ ਮੁੱਦਾ, ਇਹ ਮੈਂ ਸਮਝਦਾ ਬਹੁਤ ਵੱਡੀ ਇੱਕ ਗੱਲ ਹੈ, ਇੱਕ ਹਲੂਣਾ ਹੈ ਵੀ ਇਹ ਜਾਗੋ, ਕਿਉਂਕਿ ਇਹ ਹੁਣ ਕੌਮ ਦੇ ਸਾਹਮਣੇ, ਮੈਂ ਜਿਵੇਂ ਆਪ ਜੀ ਨੂੰ ਪਹਿਲੇ ਬੇਨਤੀ ਕਰ ਚੁੱਕਾ ਕਿ 3 ਤਰ੍ਹਾਂ ਦੇ ਧਿਰ ਬਣ ਗਏ ਡੇਟਾ ਨੂੰ ਲੈ ਕੇ। ਇੱਕ ਮੈਂ ਕਹਿਣਾ ਕਿ ਚਲੋ ਭਾਈ ਸਾਹਿਬ ਜਿਹੜਾ ਵਿਚਾਰ ਚਰਚਾ ਕਰ ਰਹੇ ਨੇ ਵੀ ਜਿਹੜੀਆਂ ਡੇਟਾ, ਲੇਕਿਨ ਉਹ ਤੇ ਕਹਿੰਦੇ ਨੇ ਕਿ ਮੈਂ ਡੇਟਾ ਆਪਣੀਆਂ ਨਹੀਂ ਬੋਲ ਰਹੇ, ਇਹ ਤੇ ਐਸਜੀਪੀਸੀ ਦਿੱਲੀ ਕਮੇਟੀ ਜਿਹੜਾ ਉੱਥੇ ਲਗਾ ਬੈਠੀ ਹੈ, ਜਿਹੜੇ ਉਹਨਾਂ ਦੇ ਇਤਿਹਾਸ ਦੀ ਕਿਤਾਬਾਂ ਵਿੱਚ ਹੈਗਾ ਉਹ ਮੰਨ ਲਓ। ਫਿਰ ਉਹ ਅਗਰ ਉਹ ਦੂਜੇ ਪਾਸੇ ਪਾਲ ਸਿੰਘ ਹੋਰ ਪੁਰੇਵਾਲ ਵਾਲਾ ਹੋਲਾਂ ਦਾ ਕੈਲੰਡਰ ਦੀ ਗੱਲ ਆ ਜਾਂਦੀ ਹੈ, ਫਿਰ ਇਧਰੋਂ ਦੀ ਸਾਡੇ ਕੋਲ ਹਜੂਰ ਸਾਹਿਬ ਔਰ ਪਟਨਾ ਸਾਹਿਬ ਵਾਲੀ ਜੰਤਰੀ ਹੈ। ਮਤਲਬ ਇਹ ਕੌਮ ਵਾਕਈ ਵੰਡੀ ਜਾ ਰਹੀ ਹੈ ਕਿਧਰੇ ਨਾ ਕਿਧਰੇ। ਸਾਨੂੰ ਇਹਦੇ ਬਾਰੇ ਵਿਚਾਰ ਕਰਨੀ ਚਾਹੀਦੀ ਹੈ ਔਰ ਇਹਦੇ ਬਾਰੇ ਹੱਲ ਜਲਦੀ ਤੋਂ ਜਲਦੀ ਲੱਭਣਾ ਚਾਹੀਦਾ, ਨਹੀਂ ਤਾਂ ਇਤਿਹਾਸ ਸਾਡਾ ਇੰਨਾ ਬਦਲ ਜਾਏਗਾ ਕਿ ਸਾਡੇ ਆਪਣੇ ਇਤਿਹਾਸ ਦੇ ਉੱਤੇ ਸਾਡੇ ਆਪਣੇ ਹੀ ਲੋਕਾਂ ਨੇ ਕੁਐਸਚਨ ਮਾਰਕ ਲਗਾਉਣੇ ਸ਼ੁਰੂ ਕਰ ਦੇਣੇ ਨੇ। ਮੈਨੂੰ ਤੇ ਹੈਰਾਨੀ ਹੁੰਦੀ ਸਿੱਖੀ ਦੇ ਪੇਸ ਵਿੱਚ ਹੀ ਅਸੀਂ ਆਪਣੇ ਸਿੱਖੀ ਦੇ ਦੁਸ਼ਮਣ ਬਣ ਗਏ ਹਾਂ ਵੀ ਹਾਲੇ ਸਾਡਾ ਇਤਿਹਾਸ ਜਿਹੜਾ 5-550 ਸਾਲਾਂ ਦਾ ਹੈ। ਸੋ ਇਹ ਮੇਰੀ ਬੇਨਤੀ ਜਿਹੜੀ ਹੈ ਤਖਤ ਸਾਹਿਬ ਦੇ ਜਥੇਦਾਰ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਬਾਕੀ ਤਖਤਾਂ ਦੇ ਸਿੰਘ ਸਾਹਿਬਾਨਾਂ ਨੂੰ ਹੱਥ ਜੋੜ ਕੇ ਮੇਰਾ ਤਾਂ ਸਿਰਫ ਬੇਨਤੀ ਹੈ ਕਿ ਵੀ ਇਹਦੇ ਬਾਰੇ ਵਿਚਾਰ ਕੀਤੀ ਜਾਵੇ ਔਰ ਇਹਦੀਆਂ ਡੇਟਾ ਦੇ ਨਾਲ ਨਾਲ ਇਹ ਨਾ ਹੋਵੇ ਕਿ ਵੀ ਇਤਿਹਾਸ ਜਿਹੜਾ ਹੈ ਉਹ ਖਰਾਬ ਹੋ ਜਾਏ। ਔਰ ਜਿਵੇਂ ਕਿ ਬਾਰ-ਬਾਰ ਸੁਣਨ ਨੂੰ ਆ ਰਿਹਾ ਵੀ ਇਤਿਹਾਸ ਵੀ ਚੇਂਜ ਕਰਨ ਦੀ ਗੱਲ ਆ ਰਹੀ ਹੈ, ਤੇ ਮੇਰੀ ਤਾਂ ਸਿਰਫ ਇੱਕੋ ਹੀ ਬਾਕੀ ਬੇਨਤੀ ਹੈ ਕਿ ਵੀ ਇਹਦੇ ਬਾਰੇ ਜਿਹੜਾ ਵਿਚਾਰ ਚਰਚਾ ਕੀਤੀ ਜਾਏ ਔਰ ਇਹਦੇ ਉੱਤੇ ਸਿੱਧੀ ਸੇਧ ਲਿਆ ਕੇ ਅਸੀਂ ਸਹੀ ਡੇਟਾ ਜਿਹੜੀਆਂ ਨੇ ਇੱਕ ਦੂਜੇ ਨੂੰ ਵਧਾਈ ਦੀਆਂ ਜਿਹੜੀਆਂ ਦਈਏ ਔਰ ਤਾਂ ਜੋ ਸਾਰੇ ਇੱਕੋ ਦਿਨ ਬੜੀ ਖੁਸ਼ੀ ਨਾਲ ਇਹਨੂੰ ਮਨਾਈਏ। ਇਹ ਹੁਣ ਵਿਚਾਰ ਕੀਤਾ ਜਾਵੇ ਕਿ ਇਹਨੂੰ ਬਿਕਰਮੀ ਨਾਲ ਮੰਨਣਾ ਜਾਂ ਉਹ ਬਿਕਰਮੀ ਦੇ ਅਨੁਸਾਰ ਜਿਹੜੀਆਂ ਕਿ ਇਹ ਜਾਰਜੀਅਨ ਜੂਲੀਅਨ ਦੀ ਕੈਲੰਡਰ ਲੈਣਾ ਚਾਹੁੰਦੇ ਨੇ ਜਿਵੇਂ ਭਾਈ ਸਾਹਿਬ ਦੇ ਵਿਚਾਰ ਹੈਗੇ ਨੇ, ਜਾਂ ਫਿਰ ਜਿਹੜੇ ਪਾਲ ਸਿੰਘ ਪੁਰੇਵਾਲ ਹੋਰਾਂ ਦਾ ਇੱਕ ਦਾ ਕੈਲੰਡਰ ਬਣਾਇਆ ਹੋਇਆ ਕੈਲੰਡਰ ਹੈ ਜਿਹੜਾ ਲਾਗੂ ਕੀਤਾ, ਬਾਅਦ ਵਿੱਚ ਫਿਰ ਉਹਨੂੰ ਮਿਲਗੋਬਾ ਕੀਤਾ। ਹਾਲੇ ਤੱਕ ਉਹਦੇ ਦੇ ਵੀ ਜਿਹੜੇ ਹੈ ਕੋਈ ਸਹਿਮਤੀ ਜਿਹੜੀ ਹੈ ਨਹੀਂ ਹੋ ਪਾਈ ਹਰ ਪਾਸੇ ਵੀ ਉਹਦੇ ਤੋਂ ਮਨਾਣੇ। ਇਹ ਵਿਚਾਰ ਜਿਹੜੇ ਕਰਨ ਵਾਲੀ ਬਹੁਤ ਵੱਡੀ ਇੱਕ ਇਹ ਮੈਂ ਸਮਝਦਾ ਵਿਚਾਰ ਦੀ ਗੱਲ ਹੈ ਔਰ ਹਰ ਵਾਰ ਪਾਸੇ ਇਹਦੇ ਉੱਤੇ ਮੇਰੇ ਖਿਆਲ ਸੈਮੀਨਾਰ ਗੋਸ਼ਟੀਆਂ ਹੋਣ ਦੇ ਬਾਅਦ ਇੱਥੇ ਕੋਈ ਵਿਚਾਰ ਲਿੱਤਾ ਜਾਵੇ ਵੀ ਕੀ ਕਰਨਾ ਚਾਹੀਦਾ, ਕਿਉਂਕਿ ਇਹ ਇਕੱਲੇ ਇੱਕ ਬੰਦੇ ਦਾ ਮਸਲਾ ਨਹੀਂ, ਇੱਕ ਕਮੇਟੀ ਦਾ ਮਸਲਾ ਨਹੀਂ, ਇੱਕ ਤਖਤ ਦਾ ਮਸਲਾ ਨਹੀਂ, ਪੂਰੀ ਕੌਮ ਦਾ ਮਸਲਾ ਹੈ ਔਰ ਪੂਰੀ ਕੌਮ ਜਿਹੜੀ ਹੈ ਇਸ ਟਾਈਮ ਪੂਰੇ ਵਿਸ਼ਵ ਦੇ ਵਿੱਚ ਵਸਦੀ ਹੈ, ਪੂਰੀ ਧਰਤੀ ਤੇ ਵਸਦੀ ਹੈ ਜੀ। ਸੋ ਦਰਸ਼ਕੋ, ਇਹ ਸੀਗਾ ਸਾਡਾ ਅੱਜ ਦਾ ਵਿਸ਼ਾ ਜਿਹੜਾ ਅਸੀਂ ਲੈ ਕੇ ਆਏ ਸੀਗੇ ਗੁਰਪੁਰਬਾਂ ਦੀਆਂ ਤਰੀਕਾਂ ਨੂੰ ਲੈ ਕੇ, ਜੋ ਕਿ ਵੱਖੋ ਵੱਖਰੇ ਤਰੀਕੇ। ਜੀ ਇਹ ਮੈਂ ਤੁਹਾਨੂੰ ਚਿੱਠੀ ਦਿਖਾ ਰਿਹਾ ਹਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਜੀ। ਇਹਦੇ ਉੱਤੇ ਜਿਹੜੀ ਤਰੀਕ ਲਿਖੀ ਹੈ ਉਹ ਵੀ ਤਰੀਕ ਕੰਟੈਂਪਰੇਰੀ ਕੈਲੰਡਰ ਜਿਹੜਾ ਅੱਜ ਚੱਲ ਰਿਹਾ ਵਾ
ਇਹਦਾ ਕੈਲੰਡਰ ਜਿਹੜਾ ਚੱਲ ਰਿਹਾ ਉਹੀ ਹੈ ਤੇ ਹੈਗਾ ਵਾ। ਤੁਹਾਡੇ ਇਹ ਨਹੀਂ ਕਿ ਅਸੀਂ ਕੋਈ ਅਗਰ ਤੁਸੀਂ ਅਗਰ ਅਕਾਲ ਤਖਤ ਸਾਡੀ ਜਿਹੜੀ ਸੁਪਰੀਮ ਜਿਹੜੀ ਸੰਸਥਾ ਹੈਗੀ ਆ, ਜੇ ਉਹੀ ਉਹ ਕੈਲੰਡਰ ਨਹੀਂ ਵਰਤਦੀ ਤੇ ਆਮ ਸਿੱਖ ਕੀ ਵਰਤੇਗਾ। ਬਾਕੀ ਜਿਹੜਾ ਪੁਰੇਵਾਲ ਜੀ ਦਾ ਕੈਲੰਡਰ ਹੈ ਉਹ ਆਪਣਾ ਇਤਿਹਾਸ ਨੂੰ ਦੇ ਵਿੱਚ ਕਨਫਿਊਜ਼ਨ ਪੈਦਾ ਕਰ ਰਿਹਾ ਵਾ, ਕਿਉਂਕਿ ਜਿਹੜੇ ਹਿਸਟੋਰੀਅਨ ਨੇ, ਮੈਕਾਲਿਫ ਨੇ, ਕਨਿੰਗਮ ਨੇ ਜਿਹੜਾ ਸਾਡਾ ਇਤਿਹਾਸ ਲਿਖਿਆ ਹੋਇਆ ਵਾ, ਉਹ ਡੇਟਾਂ ਵੀ ਮੈਚ ਕਰਨੀਆਂ ਚਾਹੀਦੀਆਂ ਨੇ। ਸਾਡਾ ਇਤਿਹਾਸ ਅੱਜ ਦਾ ਨਹੀਂ ਹੈਗਾ। ਮੇਰੇ ਕੋਲ 1700 ਇਤਿਹਾਸ ਪਏ ਨੇ, ਇਬਾਰਤਨਾਮਾ ਤੇ ਜਿਹੜੇ ਉਸ ਵੇਲੇ ਦੇ ਫਾਰਸੀ ਜਿਹੜੇ ਇਤਿਹਾਸਕਾਰ ਹੋਏ ਨੇ ਉਹਨਾਂ ਨੇ 1716 ਦੀ 9 ਜੂਨ ਦੀ ਤਰੀਕ ਦੀ ਮੇਰੇ ਕੋਲ ਪੂਰਾ ਪ੍ਰੂਫ ਪਏ ਹੋਏ ਨੇ ਜੀ। ਉਹ ਹੁਣ ਤੁਸੀਂ ਅਗਰ 9 ਜੂਨ ਦਾ ਕਦੀ 16 ਜੂਨ ਕਰ ਦਿਓ, ਕਦੀ 23 ਜੂਨ ਕਰ ਦਿਓ, ਕਦੀ 24 ਜੂਨ ਕਰ ਦਿਓ ਤੇ ਮਨਾਓ ਤੁਸੀਂ ਕਿ ਜੀ ਅੱਜ ਅਸੀਂ ਸਾਡੇ PM ਕੋਲ ਟਾਈਮ ਨਹੀਂ ਤੇ ਅਸੀਂ ਇੰਦਰਾ ਗਾਂਧੀ ਸਟੇਡੀਅਮ ਮਨਾਉਣਾ ਤੇ ਉਹ ਤੁਸੀਂ ਮਨਾਓ ਜਾ ਕੇ ਜੁਲਾਈ ਵਿੱਚ, ਉਹ ਐਕਸੈਪਟੇਬਲ ਨਹੀਂ ਹੈਗਾ ਵਾ। ਅਗਰ ਕਿਸੇ ਰੈਫਰੈਂਸ ਡੇਟਾ ਲੈਣੀਆਂ ਨੇ ਤੇ ਹਰ ਗੁਰਦੁਆਰੇ ਦੇ ਬਾਹਰ ਇਤਿਹਾਸ ਉੱਤੇ ਇਤਿਹਾਸ ਦੀਆਂ ਤਰੀਕਾਂ ਲਿਖੀਆਂ ਹੋਈਆਂ ਨੇ, ਚਾਹੇ ਉਹ ਰਕਾਬਗੰਜ ਗੁਰਦੁਆਰਾ ਸਾਹਿਬ ਹੈ, ਚਾਹੇ ਉਹ ਗੁਰੂ ਕਾ ਤਾਲ ਆਗਰਾ ਹੈ, ਚਾਹੇ ਤੁਸੀਂ ਗੁਰਦੁਆਰੇ ਜਾਓਗੇ ਉੱਥੇ ਇਤਿਹਾਸ ਦੀਆਂ ਤਰੀਕਾਂ ਲਿਖੀਆਂ ਨੇ। ਉਹ ਜਿਹੜੀਆਂ ਤਰੀਕਾਂ ਨੇ ਉਹ ਅੱਜ ਦੀਆਂ ਤਰੀਕਾਂ ਦਰਜ ਨਹੀਂ ਹੈਗੀਆਂ। ਜਿਹੜੀ ਕੰਮ ਕੀਤਾ ਜਿਹੜਾ ਪੰਥ ਦੇ ਭਾਈ ਕਾਹਨ ਸਿੰਘ ਨਾਭਾ ਜੀ ਨੇ ਕੰਮ ਕੀਤਾ ਵਾ ਮਹਾਨ ਕੋਸ਼ ਦੇ ਉੱਤੇ, ਉਹਦੇ ਅੰਦਰ ਜਿਹੜੀ ਡੇਟਾ ਲਿਖੀਆਂ ਨੇ। ਸਭ ਤੋਂ ਵੱਡੀ ਗੱਲ ਜਿਹੜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਤਰੀਕ ਸ਼ਹਾਦਤ ਜਿਹੜੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਵਾ ਉਹ 22 ਦਸੰਬਰ ਹੈ। ਮੈਂ ਇਹਨੂੰ ਸਮਝਦਾ ਕਿ ਇਹ ਇੰਟਰਨੈਸ਼ਨਲ ਸਾਜ਼ਿਸ਼ ਹੈਗੀ ਹੈ ਕਿ ਅਸੀਂ ਜਿਹੜਾ ਵਾ 22 ਦਸੰਬਰ ਨੂੰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਦੱਸਦੇ ਹਾਂ। ਮੇਰੇ ਕੋਲ ਜਿਹੜੇ ਡਾਕੂਮੈਂਟ sgpc.net ਦੇ ਉੱਤੇ ਹੈਗੇ ਨੇ, ਉਹਦੇ ਉੱਪਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਤਰੀਕ 6 ਦਸੰਬਰ ਹੈ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਜਿਹੜੀ ਉਹ ਹੈ 22 ਦਸੰਬਰ ਕਿਤੇ ਨਹੀਂ ਹੈਗੀ। 22 ਦਸੰਬਰ ਜਿਹੜੀ ਤਰੀਕ ਹੈਗੀ ਆ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਅਸੀਂ ਉਹਨੂੰ ਹਰ ਸਾਲ ਕਦੀ ਸਾਲ 'ਚ ਇੱਕ ਵਾਰੀ ਤੇ ਕਦੀ ਸਾਲ 'ਚ 2 ਵਾਰੀ ਆਂਦਾ ਵਾ। ਤੇ ਸਾਡੀ ਜਿਹੜੀ ਨਵੀਂ ਜਨਰੇਸ਼ਨ, ਨਵੀਂ ਪਨੀਰੀ ਹੈ, ਨਵੀਂ ਪੀੜ੍ਹੀ ਹੈ, ਉਹ ਸਾਡੇ ਉੱਤੇ ਬੜਾ ਮਜ਼ਾਕ ਕਰਦੇ ਨੇ। ਤੇ ਪਿੱਛੇ ਨੰਬਰ ਨੂੰ ਮਨਾਇਆ ਤੇ ਮੈਨੂੰ ਕਿਸੇ ਮੇਰੇ ਕ੍ਰਿਸਚਨ ਦੋਸਤ ਦਾ ਟੈਲੀਫੋਨ ਆਇਆ ਮੈਨੂੰ ਕਿ ਜੀ ਸਰਦਾਰ ਜੀ आज मेरा मन बड़ा खुश हो गया है कि आज हर गुरुद्वारे में क्रिसमस मनाई जा रही है। ਤੇ ਮੇਰੇ ਕੋਲ ਕੋਈ ਜਵਾਬ ਨਹੀਂ ਸੀ ਉਹਦਾ ਕਿ ਮੈਂ ਜਵਾਬ ਕੀ ਦੇਵਾਂ ਇਹਨੂੰ। ਮੈਂ ਹੁਣ ਜੇ 25 ਦਸੰਬਰ ਨੂੰ ਤੁਸੀਂ ਜੇ 25 ਦਸੰਬਰ ਚੇਂਜ ਨਹੀਂ ਹੋਈ ਅੱਜ ਤੱਕ, ਜਾਂ ਵੈਲੈਂਟਾਈਨ ਡੇ ਦੀ 14 ਫਰਵਰੀ ਚੇਂਜ ਨਹੀਂ, ਚਿਲਡਰਨ ਡੇ ਦੀ 14 ਨਵੰਬਰ ਚੇਂਜ ਨਹੀਂ ਕਰਦੇ, ਰਿਪਬਲਿਕ ਡੇ, ਇੰਡੀਪੈਂਡੈਂਸ ਡੇ ਚੇਂਜ ਨਹੀਂ ਕਰਦੇ, ਤੇ ਅਸੀਂ ਗੁਰੂ ਸਾਹਿਬ ਦੇ ਜਿਹੜੇ ਪ੍ਰਕਾਸ਼ ਦਿਹਾੜੇ ਮਨਾਉਂਦੇ ਹਾਂ, ਤੁਸੀਂ ਇੱਕ ABCD ਕੋਈ ਫਿਕਸ ਕਰ ਦਿਓ, ਲੇਕਿਨ ਕਰੋ ਉਹ ਜਿਹੜੀਆਂ ਤਰੀਕਾਂ ਇਤਿਹਾਸ ਦੇ ਅੰਦਰ ਦਰਜ ਨੇ। ਤੁਸੀਂ ਨਵਾਂ ਇਤਿਹਾਸ ਦੀ ਨਵੀਆਂ ਕਿਤਾਬਾਂ ਨਾ ਛਾਪੀ। ਅਸੀਂ ਅਗਰ ਅਸੀਂ ਇਹ ਮਹਾਨ ਕੋਸ਼ ਲਿਖਦੇ ਹਾਂ। ਸਮਾਂ ਜਿਹੜਾ ਸਾਡਾ ਬਹੁਤ ਥੋੜਾ ਰਹਿ ਗਿਆ, ਮੈਂ ਤੁਹਾਨੂੰ ਬੇਨਤੀ ਕਰੂੰਗੀ ਕਿ ਸੀਮਤ ਸ਼ਬਦਾਂ ਦੇ ਵਿੱਚ ਤੁਸੀਂ ਸਮਾਪਤੀ ਦੇ ਵੱਲ ਨੂੰ ਚੱਲੀਏ ਆਪਾਂ, ਕਿਉਂਕਿ ਸਮਾਂ ਜਿਹੜਾ ਹੈ ਉਹ ਬਹੁਤ ਜ਼ਿਆਦਾ ਸਾਡੇ ਕੋਲ ਹੋ ਗਿਆ ਹੈ। ਅੱਗੇ ਵਧਣ ਦਾ ਜਿਹੜਾ ਸਮਾਂ ਹੁਣ ਸਾਡੇ ਕੋਲ ਨਹੀਂ ਹੈਗਾ। ਸੋ ਅਸੀਂ ਇੱਕ ਵਾਰ ਫਿਰ ਤੋਂ ਤੁਹਾਨੂੰ ਜਿਹੜਾ ਲਾਈਨ ਤੇ ਜ਼ਰੂਰ ਲਵਾਂਗੇ, ਕਿਉਂਕਿ ਬਹੁਤ ਕੁਝ ਅਜੇ ਤੁਹਾਡੇ ਕੋਲੋਂ ਜਾਣਨਾ ਹੈ ਇਤਿਹਾਸ ਦੇ ਬਾਰੇ, ਇਤਿਹਾਸਕਾਰਾਂ ਦੇ ਬਾਰੇ ਤੁਹਾਡੇ ਕੋਲ ਕਾਫੀ ਜਿਹੜੀ ਨੌਲੇਜ ਆ। ਉਹਦੇ ਲਈ ਫਿਰ ਤੋਂ ਅਸੀਂ ਤੁਹਾਨੂੰ ਜਿਹੜਾ ਜ਼ਰੂਰ ਦਰਸ਼ਕਾਂ ਦੇ ਰੂਬਰੂ ਕਰਾਵਾਂਗੇ। ਲੇਕਿਨ ਅੱਜ ਦਾ ਜਿਹੜਾ ਅਸੀਂ ਵਿਸ਼ਾ ਲੈ ਕੇ ਹਾਜ਼ਰ ਹੋਏ ਸੀਗੇ ਕਿ ਗੁਰਪੁਰਬਾਂ ਦੀ ਜਿਹੜੀਆਂ ਤਰੀਕਾਂ ਨੇ ਉਹ ਕਿਉਂ ਜਿਹੜੀਆਂ ਉਹ ਬਦਲੀਆਂ ਜਾਂਦੇ ਨੇ। ਭਾਈ ਸਾਹਿਬ ਜੀ ਨੇ ਬੜੇ ਬਖੂਬੀ ਤਰੀਕੇ ਦੇ ਨਾਲ ਜਿਹੜਾ ਸਾਨੂੰ ਦੱਸਿਆ ਤੇ ਨਾਲ ਉਹਨਾਂ ਨੇ ਪ੍ਰਮਾਣ ਵੀ ਸਾਨੂੰ ਦਿੱਤੇ ਨੇ ਕਿ ਕਿਸ ਤਰ੍ਹਾਂ ਕਿੱਦਾਂ ਕਿੱਥੇ ਜਿਹੜੀ ਤਰੀਕ ਆ ਉਹ ਬਦਲੀ ਕੀਤੀ ਗਈ। ਹੁਣ ਸੋਚਣਾ ਹੋਵੇਗਾ ਸਾਡੇ ਜਥੇਦਾਰਾਂ ਨੂੰ, ਸਾਡੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਜੋ ਕਿ ਸਾਡੀ ਸੁਪਰੀਮ ਕੋਰਟ ਹੈ, ਜਾਂ ਬਾਕੀ ਜਿਹੜੇ ਤਖਤਾਂ ਦੇ ਜਥੇਦਾਰ ਸਾਹਿਬਾਨ ਨੇ, ਸਾਰਿਆਂ ਨੂੰ ਜਿਹੜਾ ਮਿਲ ਕੇ ਹੁਣ ਇਹ ਸੋਚਣਾ ਪਊਗਾ ਕਿ ਅਸੀਂ ਆਪਣੀ ਕੌਮ ਨੂੰ ਕਿਸ ਤਰ੍ਹਾਂ ਜਿਹੜਾ ਇਕੱਠਾ ਕਰ ਸਕਦੇ ਹਾਂ। ਇਹਨਾਂ ਤਰੀਕਾਂ ਦੇ ਲਈ ਅਸੀਂ ਕਿਸ ਤਰ੍ਹਾਂ ਜਿਹੜਾ ਇੱਕੋ ਹੀ ਕੈਲੰਡਰ ਆ ਉਹ ਤਿਆਰ ਕਰ ਸਕਦੇ ਹਾਂ। ਸੋ ਹੁਣ ਮੈਨੂੰ ਬਲਜੀਤ ਕੌਰ ਨੂੰ ਦਿਓ ਇਜਾਜ਼ਤ ਜੀ, ਫਿਰ ਹਾਜ਼ਰ ਹੋਵਾਂਗੀ ਇੱਕ ਨਵਾਂ ਪ੍ਰੋਗਰਾਮ ਲੈ ਕੇ। ਜਦ ਤੱਕ ਤੁਸੀਂ ਵੇਖਦੇ ਰਹੋ ਵੌਇਸ ਆਫ ਖਾਲਸਾ TV। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ।